वाहिगुरु जी का खालसा वाहिगुरु जी की फतेह। तेग बहादुर सिमरिया घर नाउ निध आवे धाए, सब थाई होए सहाय। ऐसे दीन दयाल पातशाह धन धन श्री गुरु तेग बहादुर साहिब जी सतगुरां जी दे पावन पवित्र अस्थान गुरुद्वारा श्री दुख निवारण साहिब विखे चवर छतर तखत दे मालक शब्दा अवतार 10 पातशाहियों के आत्मक स्वरूप हाजरा हजूर जहरा जहूर सर्व कला भरपूर धन धन श्री गुरु ग्रंथ साहिब पातशाह जी की पावन पवित्र हजूरी अंदर ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਸਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਤਿਗੁਰਾਂ ਜੀ ਦੇ ਪਰਮ ਪਿਆਰ ਵਿੱਚ ਪਰੋਤੀ ਹੋਈ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਧੰਤਾ ਦੇ ਯੋਗ ਹੋ ਉੱਤਮ ਭਾਗ ਹਨ ਜੋ ਗੁਰੂ ਕਿਰਪਾ ਦੇ ਪਾਤਰ ਬਣਦਿਆਂ ਆਪ ਜੀ ਨਿਤਾ ਪ੍ਰਤ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਅੰਮ੍ਰਿਤਮਈ ਬਾਣੀ ਦੇ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਅਤੇ ਗੁਰੂ ਸ਼ਬਦ ਦੀ ਵਿਚਾਰ ਨੂੰ ਨਿਤਾ ਪ੍ਰਤ ਸਰਵਨ ਕਰਕੇ ਆਪਣੇ ਜੀਵਨ ਔਰ ਸਵਾਸਾਂ ਨੂੰ ਸਫਲਿਆਂ ਬਣਾਉਣ ਦਾ ਯਤਨ ਕਰਦੇ ਹੋ। ਬਹੁਤ ਪ੍ਰੇਮ ਸਹਿਤ ਗੁਰੂ ਕੇ ਕੀਰਤਨੀਏ ਰਬੀ ਬਾਣੀ ਦੇ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਗਾਇਨ ਕਰ ਰਹੇ ਸਨ। ਆ ਬੜਾ ਰਸ ਲੈ ਕੇ ਬੜੇ ਆਨੰਦ ਦੇ ਸਹਿਤ ਮੰਤਰ ਮੁਗਧ ਹੋਏ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਨ ਕਰ ਰਹੇ ਸੀ। ਉਪਰੰਤ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਸੁਭਾਏ ਮਨ ਹੋ ਕਰਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਨੇ ਸਾਡੇ ਜੀਵਾਂ ਦੇ ਭਲੇ ਹਿਤ ਪਾਵਨ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਜੋ ਹੁਣੇ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਆਏ ਹੋਏ ਪਾਵਨ ਮੁਖ ਵਾਕ ਦੀ ਵਿਚਾਰ ਕਰਨ ਦੇ ਲਈ ਆਪਾਂ ਸਾਰੇ ਜੁੜ ਬੈਠੇ ਹਾਂ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਐਸੇ ਦੀਨ ਦਇਆਲ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਧਰਿਆਂ ਦੀ ਧਿਰ ਨਿਗਤਿਆਂ ਦੀ ਗਤ ਨਿਪਤਿਆਂ ਦੀ ਪਤ ਨਿਆਸਰਿਆਂ ਦੇ ਆਸਰੇ ਸੇਵਾ ਤੇ ਸਿਮਰਨ ਦੇ ਪੁੰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰਾਂ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਸ਼ਬਦ ਹੈ ਜੋ ਮੁੱਖ ਵਾਕ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਇਆ ਹੈ।
ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਮੁਖ ਵਾਕ ਦੇ ਵਿੱਚ ਜਿਹੜੀਆਂ ਜੀਵ ਇਸਤਰੀਆਂ ਉਸ ਵਾਹਿਗੁਰੂ ਪਰਮੇਸ਼ਰ ਪਤੀ ਦੇ ਮਿਲਾਪ ਦੀ ਤੜਪ ਵਿੱਚ ਨੇ, ਜਿਹੜੇ ਮਿਲਣਾ ਚਾਹੁੰਦੀਆਂ ਨੇ, ਉਹਨਾਂ ਦੇ ਬਾਬਤ ਪਾਵਨ ਉਪਦੇਸ਼ ਦੇ ਕੇ ਸਮਝਾਉਣਾ ਕੀਤਾ ਕਿ ਜਿਹੜੀਆਂ ਜੀਵ ਇਸਤਰੀਆਂ ਗੁਰੂ ਸ਼ਬਦ ਰਾਹੀਂ ਆਪਣੇ ਉਸ ਪਤੀ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਨੂੰ ਸੇਵਦੀਆਂ ਨੇ, ਸਿਮਰਦੀਆਂ ਨੇ, ਉਹ ਸੁਹਾਗਣਾ ਨੇ। ਸੰਸਾਰ ਦੇ ਵਿੱਚ ਉਹ ਇਸਤਰੀ ਸੁਹਾਗਣ ਮੰਨੀ ਜਾਂਦੀ ਹੈ ਜਿਹੜੀ ਆਪਣੀ ਪਤੀ ਦੀ ਆਗਿਆ ਵਿੱਚ ਹੈ, ਜਿਹੜੀ ਆਗਿਆਕਾਰ ਜੀਵ ਇਸਤਰੀ ਹੈ। ਪ੍ਰਭੂ ਪਤੀ ਦੀ ਸੇਵਾ ਵਿੱਚ ਤਤਪਰ ਰਹਿੰਦੀ ਹੈ। ਇਸੇ ਤਰ੍ਹਾਂ ਸੰਸਾਰੀ ਰਿਸ਼ਤਾ ਲੈ ਲਈਏ, ਜਿਹੜੀ ਇਸਤਰੀ ਆਪਣੀ ਪਤੀ ਦੀ ਆਗਿਆਕਾਰ ਹੈ, ਪਤੀ ਦੀ ਸੇਵਾ ਵਿੱਚ ਰਹਿੰਦੀ ਹੈ, ਉਹਦੀ ਸੇਵਾ ਕਰਦੀ ਹੈ, ਉਹਦੇ ਹੁਕਮ ਨੂੰ ਮੰਨਦੀ ਹੈ, ਉਹਦੇ ਕਹਿਣੇ ਵਿੱਚ ਰਹਿੰਦੀ ਹੈ, ਅਸਲ ਉਹ ਸੁਹਾਗਣ ਹੈ। ਇਹ ਨਹੀਂ ਕਿ ਨਾ ਤਾਂ ਉਹਨਾਂ ਦੇ ਵਿਚਾਰ ਮਿਲੇ, ਅੰਦਰ ਦੀ ਸੋਚ ਇੱਕ ਨਹੀਂ, ਵਿਚਾਰ ਇੱਕ ਨਹੀਂ, ਪਤੀ ਕੁਛ ਕਹਿੰਦਾ, ਪਤਨੀ ਕੁਛ ਕਰਦੀ ਹੈ। ਉਹਨਾਂ ਦੇ ਬਾਬਤ ਸਾਹਿਬ ਜੀ ਗੁਰਬਾਣੀ ਵਿੱਚ ਕਹਿੰਦੇ, ਅਸਲ ਪਤੀ ਪਤਨੀ ਕੌਣ ਨੇ, ਧਨ ਫਿਰ ਇਹ ਨਾ ਆਖੀ ਹੈ ਬੈਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਅਸਲ ਵਿੱਚ ਉਹ ਪਤੀ ਪਤਨੀ ਨੇ। ਤੇ ਜਿਹੜੀ ਪਤਨੀ ਪਤੀ ਦਾ ਕਹਿਣਾ ਹੀ ਨਾ ਮੰਨੇ, ਆਗਿਆਕਾਰੀ ਨਾ ਹੋਵੇ, ਪਤੀ ਕੁਛ ਕਹੇ ਤੇ ਕੁਛ ਕਰੇ, ਪਤੀ ਦੀ ਸੇਵਾ ਦਾ ਖਿਆਲ ਹੀ ਨਾ ਹੋਵੇ, ਉਹਨੂੰ ਸੁਹਾਗਣ ਨਹੀਂ ਮੰਨਦਾ। ਸੰਸਾਰ ਅੰਦਰੋਂ ਸ਼ੋਭਾ ਨਹੀਂ ਪਾਉਂਦੀ। ਇੱਜ਼ਤ ਮਾਨ ਸਨਮਾਨ ਉਹੀ ਪਾਉਂਦੀ ਹੈ, ਭਾਵੇਂ ਘਰ ਦੇ ਵਿੱਚ ਭੁੱਖ ਹੀ ਕਿਉਂ ਨਾ ਹੋਵੇ, ਪਰ ਉਹ ਪਤੀ ਪਰਮੇਸ਼ਰ ਦੇ ਨਾਲ ਦੁੱਖ ਦੀ ਘੜੀ ਵਿੱਚ ਵੀ ਮੋਢੇ ਨਾਲ ਮੋਢਾ ਜੋੜ ਕੇ ਤੁਰਦੀ ਹੈ, ਉਹਦੇ ਕਹਿਣੇ ਵਿੱਚ ਰਹਿੰਦੀ ਹੈ। ਜਦੋਂ ਸ਼੍ਰੀ ਰਾਮ ਚੰਦਰ ਜੀ ਸੀਤਾ ਜੀ ਨੂੰ ਵਿਆਹੁਣ ਗਏ, ਵਿਆਹ ਦਾ ਕਾਰਜ ਹੋਇਆ ਤੇ ਸੀਤਾ ਜੀ ਦੇ ਪਿਤਾ ਜਨਕ ਰਾਜਾ ਜੀ ਉਹ ਰੋਣ ਲੱਗ ਪਏ। ਦਸ਼ਰਥ ਜੀ ਕਹਿਣ ਲੱਗੇ, ਰੋਂਦੇ ਕਿਉਂ? ਮੈਂ ਇਹਨੂੰ ਆਪਣੀ ਧੀ ਬਣਾ ਕੇ ਲਿਜਾ ਰਿਹਾ, ਨੂੰਹ ਬਣਾ ਕੇ ਨਹੀਂ। ਤੁਰਨ ਲੱਗਿਆਂ ਸੀਤਾ ਜੀ ਦੀ ਜਿਹੜੀ ਮਾਤਾ ਸੀ ਸੁਨੈਨਾ, ਉਹਨੇ ਸਿੱਖਿਆ ਦਿੱਤੀ, ਕਹਿਣ ਲੱਗੇ ਕਿ ਬੇਟਾ ਪਤੀ ਦੀ ਆਗਿਆ ਵਿੱਚ ਰਹਿਣਾ ਹੈ, ਪਤੀ ਦੇ ਦੁੱਖ ਸੁੱਖ ਦੇ ਵਿੱਚ ਸਾਥੀ ਬਣ ਕੇ ਰਹਿਣਾ ਹੈ। ਜੇ ਪਤੀ ਰਾਜ ਦਾ ਸੁੱਖ ਭੋਗੇ ਤੇ ਤੂੰ ਵੀ ਰਾਜ ਦੇ ਸੁੱਖ ਦੀ ਮਾਲਕ ਹੈ। ਪਤੀ ਦੁੱਖ ਦੀ ਘੜੀ ਵਿੱਚ ਹੋਵੇ, ਪਤੀ ਨੂੰ ਘਰ-ਬਾਰ ਰਾਜ ਭਾਗ ਤਿਆਗ ਕੇ ਵਣ ਵਿੱਚ ਜੰਗਲਾਂ ਵਿੱਚ ਵੀ ਜਾਣਾ ਪਵੇ ਤੇ ਤੈਨੂੰ ਵੀ ਨਾਲ ਹੀ ਜਾਣਾ ਪਵੇਗਾ, ਉਹਦੀ ਵੀ ਹਿੱਸੇਦਾਰ ਤੂੰ ਹੈ। ਤੇ ਜਦੋਂ ਬਨਵਾਸ ਮਿਲਿਆ 14 ਸਾਲ ਦਾ ਤੇ ਸ਼੍ਰੀ ਰਾਮ ਚੰਦਰ ਜੀ ਤੁਰਨ ਲੱਗੇ, ਸੀਤਾ ਜੀ ਵੀ ਨਾਲ ਤਿਆਰ ਹੋ ਗਏ। ਦਸ਼ਰਥ ਜੀ ਕਹਿਣ ਲੱਗੇ, ਬੇਟਾ ਤੈਨੂੰ ਤਾਂ ਨਹੀਂ ਕਿਹਾ ਵਣ ਵਿੱਚ ਜਾਣ ਵਾਸਤੇ, ਜੰਗਲ ਜਾਣ ਵਾਸਤੇ। ਮੈਂ ਬਚਨ ਕਰਕੇ ਆਇਆ ਸੀ ਕਿ ਸੀਤਾ ਨੂੰ ਧੀ ਬਣਾ ਕੇ ਲਿਜਾ ਰਿਹਾ, ਮੈਂ ਤੈਨੂੰ ਆਪਣੀ ਧੀ ਬਣਾ ਕੇ ਲਿਆਇਆ। ਉਹ ਕਹਿਣ ਲੱਗੀ, ਮਾਂ ਨੇ ਸਿੱਖਿਆ ਦਿੱਤੀ ਸੀ ਕਿ ਜੇ ਪਤੀ ਰਾਜ ਦਾ ਸੁੱਖ ਭੋਗੇ ਤਾਂ ਤੂੰ ਰਾਜ ਦੇ ਸੁੱਖ ਦੀ ਮਾਲਕ ਹੈ, ਤੇ ਜੇ ਪਤੀ ਦੁੱਖ ਦੀ ਘੜੀ ਵਿੱਚ ਹੈ, ਪਤੀ ਜੰਗਲ ਵਿੱਚ ਜਾ ਰਿਹਾ ਤੇ ਨਾਲ ਤੈਨੂੰ ਵੀ ਜਾਣਾ ਪੈਣਾ ਹੈ। ਇਸ ਕਰਕੇ ਮੈਂ ਜਾਵਾਂਗੀ। ਇਹ ਸਿੱਖਿਆ ਤੋਂ ਅੱਜ ਦੀਆਂ ਧੀਆਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ, ਅੱਜ ਦੀਆਂ ਮਾਵਾਂ ਨੂੰ ਵੀ ਇਹ ਸਿੱਖਿਆ ਦੇਣੀ ਚਾਹੀਦੀ ਹੈ। ਪਰ ਸੰਸਾਰ ਦੇ ਹਾਲਾਤ ਕੀ ਨੇ ਆਪਾਂ ਵੇਖ ਰਹੇ ਹਾਂ।
ਜਰਾ ਜਿੰਨੀ ਕਿਤੇ ਸਹੁਰੇ ਘਰ ਵਿੱਚ ਗੱਲ ਹੋ ਗਈ, ਪਤੀ ਨੇ ਕੁਛ ਕਹਿ ਦਿੱਤਾ, ਮਾਤਾ ਸੱਸ ਨੇ ਕੁਛ ਕਹਿ ਦਿੱਤਾ, ਤੇ ਉਸੇ ਵੇਲੇ ਫੋਨ ਖੜਕ ਜਾਂਦੇ ਨੇ। ਇੱਕ ਫੋਨ ਆ ਗਏ, ਹੁਣ ਦੇਰੀ ਵੀ ਨਹੀਂ ਲੱਗਦੀ। ਅੱਗੇ ਤਾਂ ਗੱਲ ਕਿਤੇ ਹੁੰਦੀ ਸੀ ਨਾ ਜਦੋਂ ਮਿਲਦੇ ਸੀ, ਹੁਣ ਤਾਂ ਉਸੇ ਵਕਤ ਫੋਨ ਖੜਕ ਜਾਂਦਾ। ਮੈਨੂੰ ਮੇਰੀ ਸੱਸ ਨੇ ਆਹ ਕਹਿਤਾ, ਮੈਨੂੰ ਮੇਰੇ ਪਤੀ ਨੇ ਆਹ ਕਹਿਤਾ, ਤੇ ਮਾਂ ਕਹਿੰਦੀ ਚੁੱਕ ਝੋਲਾ ਆ ਜਾ ਪੇਕੇ। ਉਹ ਸੁਹਾਗਣਾ ਨਹੀਂ, ਉਹ ਇੱਜ਼ਤ ਨਹੀਂ ਪਾਉਂਦੀਆਂ ਸੰਸਾਰ ਵਿੱਚ, ਉਹਨੂੰ ਸੁਹਾਗਣ ਨਹੀਂ ਕਹਿ ਸਕਦੇ। ਸੁਹਾਗਣ ਉਹ ਹੈ ਜਿਹੜੀ ਪਤੀ ਦੇ ਕਹਿਣੇ ਵਿੱਚ ਹੈ, ਪਤੀ ਦੀ ਆਗਿਆਕਾਰ ਹੈ। ਇਹ ਸੋਚਦੀ ਹੈ ਕਿ ਮੈਂ ਵਿਆਹ ਕੇ ਇਸ ਘਰ ਵਿੱਚ ਆ ਗਈ ਹਾਂ, ਹੁਣ ਦੁੱਖ ਹੋਵੇ ਸੁੱਖ ਹੋਵੇ, ਇੱਥੇ ਮੇਰਾ ਜੀਵਨ ਬਤੀਤ ਹੋਵੇਗਾ, ਇੱਥੋਂ ਹੁਣ ਮੇਰੀ ਅਰਥੀਤਾ ਜਾ ਸਕਦੀ ਹੈ, ਪਰ ਜਿਉਂਦੇ ਜੀ ਮੈਂ ਇਸ ਘਰ ਨੂੰ ਤਿਆਗ ਕੇ ਨਹੀਂ ਜਾਵਾਂਗੀ। ਅੱਜ ਪਤਨੀ ਹੋਈ ਪਤੀ ਦਾ ਕਤਲ ਕਰਵਾ ਰਹੀ ਹੈ, ਬੜੇ ਕੇਸ ਵਾਪਰ ਰਹੇ ਨੇ। ਕਿ ਜਿੱਥੇ ਪਤੀ ਨੂੰ ਰੱਬ ਰੂਪ ਜਾਣ ਕੇ ਉਹਦੀ ਸੇਵਾ ਕਰਨੀ ਸੀ, ਉਹਦੇ ਆਗਿਆਕਾਰੀ ਰਹਿਣੇ ਸੀ, ਅੱਜ ਉਹ ਚੰਗੇ ਸੰਸਕਾਰ, ਉਹ ਚੰਗੇ ਗੁਣ ਨਹੀਂ ਭਰੇ ਜਾ ਰਹੇ, ਉਹ ਸਿੱਖਿਆ ਨਹੀਂ ਦਿੱਤੀ ਜਾ ਰਹੀ। ਸੋ ਸਾਹਿਬ ਜੀ ਕਹਿੰਦੇ ਉਹੀ ਸੁਹਾਗਣ ਹੈ ਜਿਹੜੀ ਪਤੀ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਹੈ, ਜਿਹੜੀ ਗੁਰ ਸ਼ਬਦ ਦੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਉਹਨੂੰ ਸੇਵਦੀ ਹੈ, ਸਿਮਰਦੀ ਹੈ। ਅਸਲ ਵਿੱਚ ਉਹ ਸੁਹਾਗਣ ਹੈ। ਆਓ ਅੱਜ ਦੇ ਪਾਵਨ ਉਪਦੇਸ਼ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਨੂੰ ਸਿੱਖਿਆ ਦੇ ਕੇ ਸਮਝਾ ਰਹੇ ਨੇ। ਆਓ ਪਾਵਨ ਸ਼ਬਦ ਨੂੰ ਵਿਚਾਰਨ ਦਾ ਰਲ ਮਿਲ ਕੇ ਯਤਨ ਕਰੀਏ। ਸੁਰਤੀਆਂ ਨੂੰ ਗੁਰ ਸ਼ਬਦ ਦੇ ਨਾਲ ਜੋੜਨ ਦੇ ਲਈ, ਇਕਾਗਰਤਾ ਬਣਾਉਣ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਸੁਣਿਓ ਕੰਤ ਮਹੇਲੀਓ, ਫਿਰ ਸੇਵਿਓ ਸ਼ਬਦ ਵਿਚਾਰ। ਵਡਹੰਸ ਰਾਗ ਹੈ। ਵਡਹੰਸ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ, ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 583 ਅੰਗ ਤੋਂ ਲੈ ਕੇ 584 ਅੰਗ ਤੇ ਪਾਵਨ ਸ਼ਬਦ ਸੁਭਾਏ ਮਨ ਹੈ। ਸ਼ਬਦ ਦੀ ਆਰੰਭਤਾ ਕਰਦਿਆਂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਸੁਨੇ ਹੋ ਕੰਤ ਮਹੇਲੀ ਹੋ। ਮਹੇਲੀ ਹੋ ਇਸਤਰੀ ਵਾਚਕ ਸ਼ਬਦ ਇਸਤਰੀ ਲਈ ਵਰਤਿਆ। ਹੇ ਵਾਹਿਗੁਰੂ ਪਰਮੇਸ਼ਰ ਪ੍ਰਭੂ ਪ੍ਰਾਪਤੀ ਦੇ ਮਿਲਾਪ ਵਾਲਿਓ ਜੀਵ ਇਸਤਰੀਓ, ਸੁਣਨਾ ਕਰੋ। ਸੁਣੇ ਹੋ, ਸਿੱਖਿਆ ਦੇ ਕੇ ਸਮਝਾ ਰਹੇ ਨੇ। ਸੁਣਨਾ ਕਰੋ ਪ੍ਰਭੂ ਪਤੀ ਦੇ ਮਿਲਾਪ ਵਾਲਿਓ ਜੀਵ ਇਸਤਰੀਓ, ਫਿਰ ਸੇਵੇ ਹੋ ਸ਼ਬਦ ਵਿਚਾਰ। ਗੁਰ ਸ਼ਬਦ ਦੀ ਵਿਚਾਰ ਦੁਆਰਾ ਉਹ ਜਿਹੜਾ ਪਤੀ ਵਾਹਿਗੁਰੂ ਪਰਮੇਸ਼ਰ ਪ੍ਰਭੂ ਮਾਲਕ ਹੈ, ਕਿਉਂਕਿ ਅਸੀਂ ਜਿੰਨੇ ਵੀ ਜੀਵ ਹਾਂ ਸਾਰੇ ਇਸਤਰੀ ਰੂਪ ਹਾਂ। ਸਾਡੇ ਸਾਰਿਆਂ ਦਾ ਜਿਹੜਾ ਮਾਲਕ ਹੈ, ਸਾਡੇ ਸਾਰਿਆਂ ਦਾ ਜਿਹੜਾ ਖਸਮ ਹੈ, ਉਹ ਵਾਹਿਗੁਰੂ ਪਰਮੇਸ਼ਰ ਹੈ। ਉਹ ਪ੍ਰਭੂ ਪਤੀ ਦੇ ਮਿਲਾਪ ਵਾਲੀ ਉਹ ਜੀਵ ਇਸਤਰੀਓ, ਸੁਣਨੋ ਕਿਵੇਂ ਪ੍ਰਾਪਤ ਹੋਣਾ ਹੈ। ਫਿਰ ਸੇਵੇ ਹੋ, ਉਹਦੀ ਸੇਵਾ ਕਿਵੇਂ ਕਰਨੀ ਹੈ, ਕਿਵੇਂ ਸੇਵਨਾ, ਉਹਨੂੰ ਕਿਵੇਂ ਆਰਾਧਨਾ ਹੈ। ਸ਼ਬਦ ਵਿਚਾਰ, ਗੁਰੂ ਸ਼ਬਦ ਦੀ ਵਿਚਾਰ ਦੁਆਰਾ, ਗੁਰੂ ਉਪਦੇਸ਼ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੇਵਨਾ ਕਰੋ। ਅਵਗੁਣਵੰਤੀ ਪਿਰ ਨਾ ਜਾਣਈ, ਮੁੱਠੀ ਰੋਵੇ ਕੰਤ ਵਿਸਾਰ।
ਅਵਗਣਵੰਤੀ, ਜਿਹੜੀਆਂ ਗੁਣ ਤੋਂ ਸਖਣੀਆਂ ਨੇ, ਜਿਨ੍ਹਾਂ ਦੇ ਪੱਲੇ ਗੁਣ ਨਹੀਂ, ਕੇਵਲ ਅਵਗਣ ਹੀ ਨੇ। ਉਹ ਅਵਗਣਾ ਵਾਲੀਆਂ ਜਿਹੜੀਆਂ ਇਸਤਰੀਆਂ ਨੇ, ਫਿਰ ਨਾ ਜਾਣਾਈ, ਉਹ ਪਤੀ ਪਰਮੇਸ਼ਰ ਦੀ ਸਾਰ ਨਹੀਂ ਜਾਣਦੀਆਂ। ਸੰਸਾਰੀ ਤੌਰ ਤੇ ਵੀ ਵੇਖ ਲਈ, ਅੱਜ ਘਰਾਂ ਵਿੱਚ ਬਹੁਤਾਤ ਵਿੱਚ ਇਹ ਹਾਲਾਤ ਨੇ। ਪਤੀ ਕੰਮ ਤੋਂ ਆਇਆ ਤੇ ਪਤਨੀ ਆਪਣੇ ਆਪ ਵਿੱਚ ਹੀ ਮਸ਼ਰੂਫ ਹੈ, ਉਹਨੂੰ ਕੋਈ ਪਤਾ ਨਹੀਂ ਕੰਮ ਤੋਂ ਆਇਆ, ਉਹਨੂੰ ਪਾਣੀ ਦੇਣਾ, ਚਾਹ ਦੇਣੀ ਹੈ, ਪ੍ਰਸ਼ਾਦੇ ਦਾ ਟਾਈਮ ਪ੍ਰਸ਼ਾਦਾ ਦੇਣਾ। ਸਾਰਿਆਂ ਦਾ ਨਹੀਂ, ਬਹੁਤਾ ਵੇਖਣ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਸਾਡੇ ਸਾਰਿਆਂ ਦੀ ਹਾਲਤ ਹੈ। ਅਸੀਂ ਗੁਣ ਜਿਹੜੇ ਨੇ ਉਹ ਧਾਰਨ ਨਹੀਂ ਕੀਤੇ, ਅਵਗਣ ਸਾਡੇ ਪੱਲੇ ਵਿੱਚ ਨੇ। ਤੇ ਜਿਹੜੀਆਂ ਅਵਗਣਵੰਤੀ, ਜਿਹੜੀਆਂ ਔਗਣਾ ਵਾਲੀਆਂ ਜੀਵ ਇਸਤਰੀਆਂ ਨੇ, ਪਾਤਸ਼ਾਹ ਕਹਿੰਦੇ ਫਿਰ ਨਾ ਜਾਣਾਈ, ਉਹ ਪਤੀ ਪਰਮੇਸ਼ਰ ਦੀ ਸਾਰ ਜਾਣਦੀਆਂ ਹੀ ਨਹੀਂ। ਮੁੱਠੀ ਰੋਵੈ ਕੰਤ ਵਿਸਾਰ, ਫਿਰ ਉਹ ਵਾਹਿਗੁਰੂ ਪਰਮੇਸ਼ਰ ਨੂੰ ਜਦੋਂ ਯਾਦ ਹੀ ਨਹੀਂ, ਵਿਸਰਿਆ ਹੋਇਆ। ਮੁੱਠੀ ਤੋਂ ਭਾਵ ਠੱਗੀ ਹੋਈ। ਫਿਰ ਉਹ ਜੀਵ ਇਸਤਰੀ ਠੱਗੀ ਹੋਈ, ਆਪਣੇ ਕੰਤ ਨੂੰ ਵਿਸਾਰ ਕੇ ਰੋਂਦੀ ਹੈ। ਰੋਵੈ ਕੰਤ ਸੰਭਾਲ ਸਦਾ ਗੁਣ ਸਾਰ, ਨਾ ਫਿਰ ਮਰੈ ਨਾ ਜਾਏ। ਤੇ ਜਿਹੜੀਆਂ ਗੁਣਵੰਤੀ ਇਸਤਰੀਆਂ ਨੇ, ਜਿਹੜੀ ਆਪਾਂ ਪੰਕਤੀ ਵਿਚਾਰੀਏ, ਇਹ ਜਿਹੜੀਆਂ ਅਵਗਣਵੰਤੀ ਔਗਣ ਵਾਲੀਆਂ ਜੀਵ ਇਸਤਰੀਆਂ ਨੇ, ਉਹਨਾਂ ਦੀ ਹਾਲਤ ਹੈ ਪਤੀ ਪਰਮੇਸ਼ਰ ਦੀ ਸਾਰੀ ਨਹੀਂ। ਤੇ ਉਹਨੂੰ ਵਿਸਾਰ ਕਰਕੇ ਫਿਰ ਜਦੋਂ ਪਤੀ ਪਰਮੇਸ਼ਰ, ਪਤੀ ਵਿਛੜ ਜਾਂਦਾ ਹੈ, ਵਿਛੋੜਾ ਪੈ ਜਾਂਦਾ ਹੈ, ਫਿਰ ਰੋਂਦੀਆਂ ਨੇ। ਫਿਰ ਵੇਖਦੀਆਂ ਵੀ ਇਹ ਕੀ ਬਣਿਆ। ਫਿਰ ਕੋਈ ਬਾਤ ਨਹੀਂ ਪੁੱਛਦਾ। ਜਦੋਂ ਕੋਲ ਸੀ ਉਦੋਂ ਸਾਰ ਨਹੀਂ ਸੀ। ਤੇ ਜਿਹੜੀਆਂ ਗੁਣਵੰਤੀ ਨੇ, ਸੁਹਾਗਣਾ ਨੇ, ਜਿਨ੍ਹਾਂ ਨੇ ਚੰਗੇ ਸੰਸਕਾਰ ਮਿਲੇ ਨੇ, ਚੰਗੇ ਗੁਣ ਧਾਰਨ ਕੀਤੇ ਨੇ, ਜਿਹੜੀਆਂ ਗੁਰੂ ਉਪਦੇਸ਼ ਦੀ ਕਮਾਈ ਦੀਆਂ ਧਾਰਨੀ ਨੇ, ਰੋਵੈ ਕੰਤ ਸੰਭਾਲ ਸਦਾ ਗੁਣ ਸਾਰ, ਉਹ ਆਪਣੇ ਕੰਤ ਵਾਹਿਗੁਰੂ ਪਰਮੇਸ਼ਰ ਨੂੰ ਸੰਭਾਲਦੀਆਂ ਨੇ ਤੇ ਉਹਦੇ ਗੁਣਾਂ ਨੂੰ ਯਾਦ ਕਰਕੇ ਰੋਂਦੀਆਂ ਨੇ। ਉਹਦੇ ਗੁਣਾਂ ਨੂੰ ਯਾਦ ਕਰਕੇ। ਸਦਾ ਗੁਣ ਸਾਰ ਨਾ ਫਿਰ ਮਰੈ ਨਾ ਜਾਏ, ਕਿਉਂਕਿ ਜਿਹੜਾ ਉਹ ਪਤੀ ਪਰਮਾਤਮਾ ਸਾਡਾ ਮਾਲਕ ਹੈ, ਪਿਰ ਹੈ, ਖਸਮ ਹੈ, ਉਹ ਨਾ ਮਰਦਾ ਤੇ ਨਾ ਵਿਛੜ ਕੇ ਕਿਤੇ ਜਾਂਦਾ ਹੈ। ਨਾ ਉਹਦੇ ਨਾਲ ਉਹ ਵਿਛੋੜਾ ਪੈਂਦਾ, ਨਾ ਹੀ ਉਹ ਛੱਡ ਕੇ ਕਿਤੇ ਜਾਂਦਾ, ਤੇ ਨਾ ਹੀ ਉਹਦੀ ਮੌਤ ਹੁੰਦੀ, ਨਾ ਹੀ ਮਰਦਾ। ਉਹਦੇ ਗੁਣਾਂ ਨੂੰ ਯਾਦ ਕਰਕੇ ਜਿਹੜੀਆਂ ਗੁਣਵੰਤੀ ਨੇ, ਸ਼ੁਭ ਗੁਣਾਂ ਵਾਲੀਆਂ ਨੇ, ਉਹ ਸਦਾ ਹੀ ਆਪਣੇ ਪ੍ਰਭੂ ਪਤੀ ਨੂੰ ਹਿਰਦੇ ਵਿੱਚ ਸੰਭਾਲਦੀਆਂ ਨੇ ਤੇ ਉਹਦੇ ਗੁਣਾਂ ਨੂੰ ਯਾਦ ਕਰਕੇ ਰੋਂਦੀਆਂ, ਉਹਨੂੰ ਸਦਾ ਯਾਦ ਕਰਦੀਆਂ ਹਨ। ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚੈ ਪ੍ਰੇਮ ਸਮਾਏ। ਗੁਰਮੁਖ ਜਾਤਾ, ਤੇ ਜਿਹੜੀਆਂ ਗੁਰਮੁਖ ਜੀਵ ਇਸਤਰੀਆਂ ਨੇ, ਉਹ ਕਿਵੇਂ ਜਾਣਦੀਆਂ ਨੇ? ਗੁਰੂ ਦੇ ਉਪਦੇਸ਼ ਰਾਹੀਂ ਵਾਹਿਗੁਰੂ ਪਰਮੇਸ਼ਰ ਨੂੰ ਜਾਣਦੀਆਂ ਨੇ। ਸ਼ਬਦ ਪਛਾਤਾ, ਪਛਾਣ ਕਿਵੇਂ ਕਰਦੀਆਂ ਨੇ ਵਾਹਿਗੁਰੂ ਪਰਮੇਸ਼ਰ ਪ੍ਰਭੂ ਪਤੀ ਦੀ? ਪਤੀ ਦੀ ਪਛਾਣ ਕਿਵੇਂ ਹੁੰਦੀ ਹੈ? ਸ਼ਬਦ ਦੇ ਦੁਆਰਾ। ਗੁਰ ਸ਼ਬਦ ਦੇ ਰਾਹੀਂ ਵਾਹਿਗੁਰੂ ਪਰਮੇਸ਼ਰ ਉਸ ਪਤੀ ਨੂੰ ਪਛਾਣਦੀਆਂ ਨੇ ਤੇ ਪਛਾਣ ਕਰਕੇ ਸਾਚਾ ਪ੍ਰੇਮ ਸਮਾਏ, ਤੇ ਉਹ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਵਿੱਚ ਸਮਾਈਆਂ ਰਹਿੰਦੀਆਂ ਨੇ। ਫਿਰ ਜਿਹੜੀਆਂ ਗੁਣਵੰਤੀ ਇਸਤਰੀਆਂ ਨੇ, ਉਹ ਫਿਰ ਗੁਰੂ ਉਪਦੇਸ਼ ਦੁਆਰਾ ਜਾਣਦੀਆਂ ਨੇ ਉਸ ਪਰਮੇਸ਼ਰ ਨੂੰ। ਐਵੇਂ ਨਹੀਂ ਜਾਣਿਆ ਜਾਂਦਾ ਗੱਲਾਂ ਬਾਤਾਂ ਨਾਲ, ਗੱਲਾਂ ਨਾਲ ਨਹੀਂ। ਜਾਂ ਵੇਸ ਧਾਰਨ ਕਰ ਲਏ, ਵੇਸੀ ਸਹੁ ਨਾ ਪਾਈਏ। ਸਾਹਿਬ ਜੀ ਨੇ ਗੁਰਬਾਣੀ ਵਿੱਚ ਵੀ ਕਿਹਾ, ਬੜੀਆਂ ਬੜੀਆਂ ਯੋਗ ਸਾਧਨਾ ਸਾਧਿਓ, ਕਹਿੰਦੇ ਗੱਲੇ ਯੋਗ ਨਾ ਹੋਏ। ਗੱਲਾਂ ਬਾਤਾਂ ਨਾਲ ਪ੍ਰਭੂ ਨਹੀਂ ਮਿਲਣਾ। ਕਿਵੇਂ ਮਿਲਣਾ ਹੈ? ਕਿਵੇਂ ਪਛਾਣਿਆ ਜਾਣਾ ਹੈ? ਕਿਵੇਂ ਜਾਣਿਆ ਜਾਣਾ? ਉਹਨੂੰ ਗੁਰੂ ਦੇ ਉਪਦੇਸ਼ ਰਾਹੀਂ ਜਾਣਿਆ ਜਾਣਾ ਹੈ
ਤੇ ਗੁਰ ਸ਼ਬਦ ਰਾਹੀਂ ਉਹਨੂੰ ਪਛਾਣ ਸਕਦੇ ਆ। ਤੇ ਜਿਹੜੇ ਜਾਣ ਲੈਂਦੇ ਨੇ, ਪਛਾਣ ਲੈਂਦੇ ਨੇ, ਸਾਚਾ ਪ੍ਰੇਮ ਸਮਾਏ, ਤੇ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਇਸ ਪ੍ਰੇਮ ਵਿੱਚ ਫਿਰ ਸਮਾਏ ਰਹਿੰਦੇ ਹਨ। ਜਨੇ ਆਪਣਾ ਪਿਰ ਨਹੀਂ ਜਾਤਾ, ਕਰਮ ਵਿਧਾਤਾ, ਕੂੜ ਮੁੱਠੀ ਕੂੜਿਆਰੇ। ਜਿਨ ਆਪਣਾ ਪਿਰ ਨਹੀਂ ਜਾਤਾ, ਜਿਹਨੇ ਆਪਣੇ ਮਾਲਕ ਨੂੰ ਨਹੀਂ ਜਾਣਿਆ। ਕਰਮ ਵਿਧਾਤਾ ਜਿਹੜਾ ਕਰਮਾਂ ਦੇ ਮੁਤਾਬਕ ਸਾਨੂੰ ਫਲ ਦਿੰਦਾ ਹੈ, ਪਰ ਦਾਤਾ ਜਿਹੜਾ ਉਹ ਹੈ, ਉਸ ਵਿਧਾਤੇ ਨੂੰ, ਉਸ ਆਪਣੇ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਹੀ ਨਹੀਂ। ਕੂੜ ਮੁੱਠੀ ਕੂੜਿਆਰੇ, ਕੂੜਿਆਰ ਜਿਹੜੀ ਇਸਤਰੀ ਹੈ, ਜੀਵ ਇਸਤਰੀ ਹੈ, ਫਿਰ ਉਹ ਝੂਠ ਵਿੱਚ ਠੱਗੀ ਹੋਈ ਰੋਂਦੀ ਹੈ। ਸੁਣਿਓ ਕੰਤ ਮਹੇਲਿਓ, ਪਿਰ ਸੇਵਿਓ ਸ਼ਬਦ ਵਿਚਾਰੇ। ਪਾਤਸ਼ਾਹ ਕਹਿੰਦੇ ਉਸ ਪ੍ਰਭੂ ਪਤੀ ਪਰਮੇਸ਼ਰ ਦੇ ਮਿਲਾਪ ਵਾਲਿਓ, ਜੀਵ ਇਸਤਰੀਓ, ਸੁਣੋ, ਪਿਰ ਸੇਵਿਓ ਸ਼ਬਦ ਵਿਚਾਰੇ। ਗੁਰ ਸ਼ਬਦ ਦੀ ਵਿਚਾਰ ਦੁਆਰਾ ਆਪਣੇ ਉਸ ਵਾਹਿਗੁਰੂ ਪਰਮੇਸ਼ਰ ਕੰਤ ਨੂੰ ਸੇਵਨਾ ਕਰੋ। ਸਭ ਜਗ ਆਪੋ ਪਾਇਆ ਨਾ, ਆਵਣ ਜਾਣ ਸੰਸਾਰਾ। ਇਹ ਸੰਸਾਰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਬਣਾਇਆ ਹੈ। ਸਭ ਜਗ ਜਿਨਹਿ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਸਮਰੱਥ ਹੈ, ਇਹ ਸ੍ਰਿਸ਼ਟੀ ਨੂੰ ਉਹਨੇ ਪੈਦਾ ਕੀਤਾ, ਉਹਨੇ ਬਣਾਇਆ। ਸਾਹਿਬ ਜੀ ਕਹਿੰਦੇ ਸਭ ਜਗ ਆਪ ਉਪਾਇਓ ਨ, ਤੇ ਆਪ ਹੀ ਬਣਾ ਕੇ ਆਵਣ ਜਾਣ ਸੰਸਾਰਾ। ਤੇ ਸੰਸਾਰ ਦੇ ਵਿੱਚ ਜੀਵਾਂ ਦਾ ਆਉਣਾ ਜਾਣਾ ਵੀ ਉਹਨੇ ਆਪ ਹੀ ਬਣਾਇਆ। ਕੋਈ ਜੀਵ ਸੰਸਾਰ ਵਿੱਚ ਆ ਰਿਹਾ, ਕੋਈ ਸੰਸਾਰ ਤੋਂ ਜਾ ਰਿਹਾ ਹੈ। ਇਹ ਖੇਡ ਉਹਨੇ ਆਪ ਬਣਾਈ ਹੈ, ਇਹ ਲੀਲਾ ਸਾਰੀ ਆਪ ਰਚੀ ਹੈ ਉਸ ਵਾਹਿਗੁਰੂ ਪਰਮੇਸ਼ਰ ਨੇ। ਮਾਇਆ ਮੋਹ ਖੁਆਇਨ, ਮਰ ਜੰਮੈ ਵਾਰੋ ਵਾਰਾ। ਤੇ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਭੁੱਲੇ ਹੋਏ ਜੀਵ ਨੇ, ਜਿਨ੍ਹਾਂ ਨੂੰ ਵਿਸਰਿਆ ਹੋਇਆ, ਜਿਨ੍ਹਾਂ ਦੇ ਹਿਰਦੇ ਉਹਦੀ ਅੰਦਰ ਉਹਦੀ ਯਾਦ ਹੀ ਨਹੀਂ, ਮਾਇਆ ਮੋਹ ਖੁਆਇਨ, ਮਾਇਆ ਦੇ ਮੋਹ ਕਰਕੇ ਉਹ ਖੁਆਰ ਹੋ ਰਹੇ ਨੇ। ਮਾਇਆ ਦੇ ਮੋਹ ਵਿੱਚ ਬੰਨੇ ਹੋਏ ਉਹ ਜੀਵ ਜਿਨ੍ਹਾਂ ਨੂੰ ਪ੍ਰਭੂ ਵਿਸਰਿਆ, ਉਹ ਖੁਆਰ ਹੋ ਰਹੇ ਨੇ। ਸੰਸਾਰ ਵੇਖ ਰਿਹਾ ਨਾ, ਅੱਜ ਜੀਵ ਖੁਆਰ ਹੋ ਰਹੇ ਨੇ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਭੂ ਦੀ ਯਾਦ ਨਹੀਂ, ਜਿਨ੍ਹਾਂ ਨੂੰ ਪਰਮੇਸ਼ਰ ਭੁੱਲਿਆ ਹੋਇਆ। ਮਾਇਆ ਧਾਰੀ ਲੋਕ, ਉਹਨਾਂ ਦੇ ਜੀਵਨ ਵਿੱਚੋਂ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿਸਰੀ ਹੋਈ ਹੈ। ਸੰਸਾਰ ਖੁਆਰ ਹੋ ਰਿਹਾ, ਧੱਕੇ ਖਾ ਰਿਹਾ। ਅੱਜ ਹਾਲਾਤ ਕੀ ਬਣੇ ਹੋਏ ਨੇ। ਸਾਹਿਬ ਜੀ ਕਹਿੰਦੇ ਮਾਇਆ ਦੇ ਮੋਹ ਦੇ ਕਾਰਨ ਉਹ ਖੁਆਰ ਹੁੰਦੇ ਨੇ। ਮਰ ਜੰਮੈ ਵਾਰੋ ਵਾਰਾ, ਤੇ ਬਾਰ-ਬਾਰ ਫਿਰ ਜੰਮਦੇ ਨੇ, ਮਰਦੇ ਨੇ, ਚੱਕਰ ਵਿੱਚ ਪਏ ਰਹਿੰਦੇ ਨੇ। 84 ਦਾ ਚੱਕਰ ਉਹਨਾਂ ਦਾ ਖਤਮ ਹੁੰਦਾ ਹੀ ਨਹੀਂ। ਕਦੀ ਇਸ ਜੂਨੀ ਵਿੱਚ, ਕਦੀ ਉਸ ਜੂਨੀ ਵਿੱਚ ਜਨਮ ਹੁੰਦਾ, ਮੌਤ ਹੁੰਦੀ ਹੈ। ਉਹ ਜੂਨੀਆਂ ਦਾ ਚੱਕਰ 84 ਦਾ ਚੱਲਦਾ ਰਹਿੰਦਾ। ਇਸ ਕਰਕੇ ਬਾਰ-ਬਾਰ ਜੰਮਦੇ ਤੇ ਮਰਦੇ ਹਨ। ਮਰ ਜੰਮੈ ਵਾਰੋ ਵਾਰਾ, ਵਧੇ ਬੇਕਾਰਾ, ਗਿਆਨ ਵਿਹੂਣੀ ਮੁੱਠੀ। ਤੇ ਮਰ ਜੰਮੈ ਵਾਰੋ ਵਾਰਾ, ਹੁਣ ਵਾਰ-ਵਾਰ ਜੰਮਣ ਨਾਲ ਕੀ ਹੁੰਦਾ? ਸਾਹਿਬ ਜੀ ਕਹਿੰਦੇ ਵਧੇ ਬੇਕਾਰਾ, ਵਿਕਾਰ ਵੱਧਦੇ ਨੇ। ਜਿੰਨੇ ਜਨਮ ਲੈਂਦਾ ਉਹਨੇ ਵਿਕਾਰ ਵੱਧਦੇ ਜਾਂਦੇ ਨੇ। ਜਿਸ ਜਿਸ ਜੂਨੀ ਵਿੱਚ ਹੁੰਦਾ ਹੈ ਉਹ ਜੂਨੀ ਨੂੰ ਛੱਡਦਾ ਅਗਲੀ ਜੂਨੀ ਵਿੱਚ ਉਹ, ਕਿਉਂਕਿ ਸਾਹਿਬ ਜੀ ਗੁਰਬਾਣੀ ਵਿੱਚ ਕਹਿੰਦੇ ਨਾ, ਜਨਮ ਜਨਮ ਕੇ ਇਸ ਮਨ ਕੋ ਮਲ ਲੱਗੀ। ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਪਤਾ ਨਹੀਂ ਕਿੰਨੇ ਕੁ ਜਨਮ ਭੋਗੇ। ਇਸ ਕਰਕੇ ਬਾਰ-ਬਾਰ ਜੰਮਦਾ ਹੈ। ਜਦੋਂ ਬਾਰ-ਬਾਰ ਜੰਮਦਾ ਹੈ, ਮੌਤ ਹੁੰਦੀ ਹੈ, ਫਿਰ ਜੰਮਦਾ। ਜਿਹੜੇ ਵਿਕਾਰ ਨੇ ਉਹ ਵੱਧਦੇ ਜਾਂਦੇ ਨੇ, ਇਕੱਠੇ ਹੁੰਦੇ ਜਾਂਦੇ ਨੇ ਹਰ ਜਨਮ ਦੇ। ਵਧੇ ਵਿਕਾਰਾ, ਗਿਆਨ ਵਿਹੂਣੀ ਮੁੱਠੀ, ਤੇ ਗਿਆਨ ਤੋਂ ਸਖਣੇ ਮਨੁੱਖ ਫਿਰ ਜਿਹੜੇ ਨੇ ਉਹ ਠੱਗੇ ਜਾਂਦੇ ਨੇ। ਜਿਨ੍ਹਾਂ ਦੇ ਹਿਰਦੇ ਵਿੱਚ ਗਿਆਨ ਨਹੀਂ, ਕਿਉਂਕਿ ਗਿਆਨ ਕਿੱਥੋਂ ਪ੍ਰਾਪਤ ਹੋਣਾ? ਗੁਰੂ ਕੋਲੋਂ। ਜਦੋਂ ਗੁਰੂ ਕੋਲ ਆਵਾਂਗੇ, ਸੰਗਤ ਕਰਾਂਗੇ, ਗੁਰੂ ਉਪਦੇਸ਼ ਹਿਰਦੇ ਵਿੱਚ ਧਾਰਨ ਕਰਾਂਗੇ, ਉਹਦੀ ਕਮਾਈ ਕਰਾਂਗੇ, ਫਿਰ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਣਾ।
ਤੇ ਜਿਹੜੇ ਚੱਲ ਕੇ ਆਏ ਨਹੀਂ, ਜਿਹਨਾਂ ਸੰਗਤ ਹੀ ਨਹੀਂ ਕੀਤੀ, ਗੁਰੂ ਦਾ ਉਪਦੇਸ਼ ਸੁਣਿਆ ਹੀ ਨਹੀਂ, ਉਹਨਾਂ ਨੂੰ ਗਿਆਨ ਕਿੱਥੋਂ ਮਿਲਣਾ? ਗਿਆਨ ਦੀ ਪ੍ਰਾਪਤੀ ਨਹੀਂ ਹੋਣੀ। ਇਸ ਕਰਕੇ ਗਿਆਨ ਤੋਂ ਸਖਣੇ ਜਿਹੜੇ ਜੀਵ ਹਨ ਉਹ ਠੱਗੇ ਜਾਂਦੇ ਹਨ। ਬਿਨ ਸ਼ਬਦ ਹੈ ਪਿਰ ਨਾ ਪਾਇਓ, ਜਨਮ ਗਵਾਇਓ, ਰੋਵੈ ਅਵਗੁਣਿਆਰੀ ਝੂਠੀ। ਤੇ ਬਿਨ ਸ਼ਬਦ ਹੈ ਪਿਰ ਨਾ ਪਾਇਓ, ਜਨਮ ਗਵਾਇਓ। ਜਨਮ ਮਿਲਿਆ ਸੀ ਕਾਹਦੇ ਵਾਸਤੇ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਹ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੀ ਵਾਰੀ ਸੀ ਇਹ, ਜਿਹੜਾ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ 84 ਲੱਖ ਜੂਨਾਂ ਨੂੰ ਭੋਗ ਕਰਕੇ। ਇਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ, ਉਹਦੇ ਨਾਲ ਮਿਲਾਪ ਕਰਨ ਵਾਸਤੇ ਪ੍ਰਾਪਤ ਹੋਇਆ ਹੈ, ਨਾ ਕਿ ਕੇਵਲ ਸੰਸਾਰ ਤੇ ਆ ਕੇ ਐਸੋ ਇਸ਼ਰਤ ਸੰਸਾਰ ਦੇ ਪਦਾਰਥਾਂ ਵਿੱਚ, ਸੰਸਾਰ ਦੇ ਧੰਦਿਆਂ ਵਾਸਤੇ ਨਹੀਂ ਮਿਲਿਆ। ਇਹ ਪਰਮੇਸ਼ਰ ਦੇ ਮਿਲਾਪ ਲਈ ਮਿਲਿਆ। ਤੇ ਹੁਣ ਜਿਨ੍ਹਾਂ ਦਾ ਮਿਲਾਪ ਹੋਇਆ ਹੀ ਨਹੀਂ, ਬਿਨ ਸ਼ਬਦ ਦਾ ਪਿਰ ਨਾ ਪਾਇਓ, ਕਿਉਂਕਿ ਸ਼ਬਦ ਤੋਂ ਬਿਨਾ ਉਹ ਪਿਰ ਮਾਲਕ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੀ ਨਹੀਂ ਹੋ ਸਕਦਾ। ਜਨਮ ਗਵਾਇਓ, ਜਨਮ ਵਿਅਰਥ ਗਵਾ ਲਿਆ। ਰੋਵੈ ਅਵਗੁਣਿਆਰੀ ਝੂਠੇ, ਤੇ ਫਿਰ ਝੂਠੀ ਜੀਵ ਇਸਤਰੀ ਜਿਹੜੀ ਜਿਹਦੇ ਜੀਵਨ ਦੇ ਅੰਦਰ ਕੇਵਲ ਔਗਣ ਹੀ ਨੇ, ਫਿਰ ਰੋਂਦੀ ਹੈ। ਜਦੋਂ ਸਮਾਂ ਲੰਘ ਜਾਂਦਾ ਨਾ, ਜਨਮ ਗਵਾਚ ਜਾਂਦਾ, ਜਦੋਂ ਜਮਾਂ ਦਾ ਡੰਡਾ ਸਿਰ ਤੇ ਪੈਂਦਾ, ਫਿਰ ਅੱਖਾਂ ਖੁੱਲ੍ਹਦੀਆਂ, ਉਹ ਮੈਂ ਕੀ ਕਰਦਾ ਰਿਹਾ ਸਾਰੀ ਉਮਰ, ਕੀ ਕਰਨ ਵਾਸਤੇ ਸੰਸਾਰ ਵਿੱਚ ਆਇਆ ਸੀ, ਜੋ ਕਰਨ ਵਾਸਤੇ ਆਇਆ ਸੀ ਉਹ ਨਹੀਂ ਕੀਤਾ, ਪ੍ਰਭੂ ਮਿਲਾਪ ਲਈ ਆਇਆ ਸੀ ਉਹ ਨਹੀਂ ਹੋਇਆ, ਦੁਨੀਆ ਦੇ ਮੋਹ ਪਦਾਰਥਾਂ ਵਿੱਚ, ਧੰਦਿਆਂ ਵਿੱਚ ਪਿਆ ਜਨਮ ਗਵਾਚ ਗਿਆ, ਚਲਾ ਗਿਆ। ਤੇ ਫਿਰ ਉਹ ਜਿਹੜੇ ਐਸੇ ਅਵਗੁਣਿਆਰੀ ਇਸਤਰੀ ਹੈ, ਝੂਠੀ ਜੀਵ ਇਸਤਰੀ, ਫਿਰ ਉਹ ਰੋਂਦੀ ਹੈ। ਫਿਰ ਜਗ ਜੀਵਨ ਕਿਸਨੂੰ ਰੋਈਐ, ਰੋਵੈ ਕੰਤ ਵਿਸਾਰੇ। ਫਿਰ ਜਗ ਜੀਵਨ, ਉਹ ਜਿਹੜਾ ਪਿਰ ਹੈ, ਜਿਹੜਾ ਵਾਹਿਗੁਰੂ ਪਰਮੇਸ਼ਰ ਸਾਡਾ ਮਾਲਕ ਹੈ, ਪਤੀ ਹੈ, ਉਹ ਤਾਂ ਸਾਰਿਆਂ ਨੂੰ, ਸਾਰੇ ਜਗਤ ਨੂੰ ਜੀਵਨ ਦੇਣ ਦਾ ਵਾਲਾ, ਜੀਵਨ ਦਾਨ ਦੇਣ ਵਾਲਾ ਹੈ। ਜਗ ਜੀਵਨ, ਜਗਤ ਨੂੰ ਜੀਵਨ ਦੇਣ ਵਾਲਾ ਉਹ ਵਾਹਿਗੁਰੂ ਹੈ। ਫਿਰ ਜਗ ਜੀਵਨ, ਉਹ ਤਾਂ ਐਸਾ ਹੈ ਸਾਰਿਆਂ ਨੂੰ ਜੀਵਨ ਬਖਸ਼ਦਾ, ਕਿਸ ਨੂੰ ਰੋਈਐ, ਫਿਰ ਕਿਹਨੂੰ ਰੋਣਾ ਕਰੀਏ? ਸੰਸਾਰ ਦੇ ਉੱਤੇ ਅਨੇਕਾਂ ਪ੍ਰਾਣੀ ਚੜ੍ਹਾਈ ਕਰ ਜਾਂਦੇ ਨੇ, ਬੜਾ ਬੜਾ ਵਿਰਲਾਪ ਕਰਦੇ ਆ, ਰੋਂਦੇ ਆ। ਪਾਤਸ਼ਾਹ ਜੀ ਕਹਿੰਦੇ ਉਹ ਤਾਂ ਸਾਰਿਆਂ ਨੂੰ ਜੀਵਨ ਦਾਨ ਦੇਣ ਵਾਲਾ ਹੈ। ਸੰਸਾਰ ਤਾਂ ਉਹਨੇ ਖੇਡ ਬਣਾਈ ਹੈ, ਜੀਵ ਆ ਰਹੇ ਨੇ, ਜਾ ਰਹੇ, ਜੰਮਣ ਮਰਨ ਉਹਨੇ ਬਣਾਇਆ। ਰੋਣਾ ਤੇ ਉਹ ਰੋਣਾ ਰੋਵੋ, ਰੋਵੈ ਕੰਤ ਵਿਸਾਰੇ, ਕਿ ਜਿਨ੍ਹਾਂ ਦੇ ਹਿਰਦੇ ਵਿੱਚੋਂ ਕੰਤ ਵਾਹਿਗੁਰੂ ਪਰਮੇਸ਼ਰ ਵਿਸਰਿਆ ਹੋਇਆ, ਉਹਨਾਂ ਨੂੰ ਰੋਣਾ ਚਾਹੀਦਾ ਕਿ ਮੇਰਾ ਮਾਲਕ ਮੈਨੂੰ ਵਿਸਰਿਆ ਹੋਇਆ, ਉਹਦੀ ਯਾਦ ਵਿੱਚ ਰੋਣਾ ਚਾਹੀਦਾ, ਨਾ ਕਿ ਸੰਸਾਰ ਤੇ ਕੋਈ ਚੜ੍ਹਾਈ ਕਰ ਜਾਵੇ। ਠੀਕ ਹੈ, ਸਾਡਾ ਸੰਬੰਧ ਹੈ ਉਹਦੇ ਨਾਲ, ਉਹਦਾ ਵਿਛੜਨ ਦਾ ਕਰਕੇ ਜਦੋਂ ਵਿਛੋੜਾ ਹੁੰਦਾ ਤੇ ਦੁੱਖ, ਜਿਹੜੀ ਹੈ ਪੀੜਾ ਅਸੀਂ ਮਹਿਸੂਸ ਕਰਦੇ ਹਾਂ, ਦੁੱਖ ਮਹਿਸੂਸ ਕਰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਰੋਣਾ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਜਿਹੜੀ ਹੈ ਵਿਸਰੀ, ਉਹਦੇ ਵਿੱਚ ਰੋਵੋ ਕਿ ਵਾਹਿਗੁਰੂ ਪਰਮੇਸ਼ਰ ਵਿਸਰਿਆ ਹੋਇਆ ਹੈ। ਸਭ ਜਗ ਆਪੋ ਪਾਇਨ, ਆਵਨ ਜਾਣ ਸੰਸਾਰੇ। ਕਿਉਂਕਿ ਸਾਰਾ ਜਗਤ ਉਹਨੇ ਆਪ ਬਣਾਇਆ, ਪੈਦਾ ਕੀਤਾ। ਆਵਣ ਜਾਣ ਸੰਸਾਰੇ, ਸੰਸਾਰ ਦਾ ਆਉਣ ਜਾਣ ਦਾ ਚੱਕਰ ਉਹਨੇ ਆਪ ਬਣਾਇਆ। ਉਹ ਵਾਹਿਗੁਰੂ ਪਰਮੇਸ਼ਰ ਜਿਹਨੇ ਸ੍ਰਿਸ਼ਟੀ ਨੂੰ ਸਾਜਿਆ, ਇਹਨੂੰ ਪੈਦਾ ਕੀਤਾ, ਇਹਦੇ ਵਿੱਚ ਆਉਣ ਜਾਣ ਦਾ, ਜੀਵਾਂ ਦਾ ਚੱਕਰ ਵੀ ਉਹਨੇ ਆਪ ਬਣਾਇਆ ਹੈ। ਸੋ ਪਿਰ ਸੱਚਾ ਸਦ ਹੀ ਸਾਚਾ ਹੈ, ਨਾ ਉਹ ਮਰੈ ਨਾ ਜਾਏ। ਸੋ ਪਿਰ ਸੱਚਾ, ਉਹ ਮਾਲਕ ਵਾਹਿਗੁਰੂ ਪਰਮੇਸ਼ਰ ਸੱਚਾ ਹੈ, ਸਦ ਹੀ ਸਾਚਾ, ਉਹ ਸਦਾ ਹੀ ਸੱਚਾ ਹੈ। ਆਦ ਸੱਚ, ਜੁਗਾਦ ਸੱਚ,
ਹੈ ਭੀ ਸਚ ਨਾਨਕ ਹੋਸੀ ਭੀ ਸਚ। ਉਹ ਤਾਂ ਆਦ ਤੋਂ ਹੀ, ਜਦੋਂ ਯੁੱਗਾਂ ਦਾ ਆਰੰਭ ਵੀ ਨਹੀਂ ਹੋਇਆ, ਆਦ ਤੋਂ ਹੀ ਸੱਚ ਸੀ। ਯੁੱਗਾਂ ਦੇ ਵਿੱਚ ਵੀ ਸੱਚ, ਯੁੱਗਾਂ ਦਾ ਆਰੰਭ ਹੋਇਆ। ਹੈ ਭੀ ਹੁਣ ਵਰਤਮਾਨ ਸਮੇਂ ਦੇ ਵਿੱਚ ਵੀ ਸੱਚ ਹੈ। ਨਾਨਕ ਹੋਸੀ ਭੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਹੈ। ਉਹ ਵਾਹਿਗੁਰੂ ਪਰਮੇਸ਼ਰ ਸੱਚਾ ਹੈ, ਸਦਾ ਹੀ ਸੱਚ ਹੈ। ਉਹ ਸਦਾ ਹੀ ਸੱਚਾ ਹੈ, ਨਾ ਉਹ ਮਰੈ ਨਾ ਜਾਏ, ਉਹ ਨਾ ਜੰਮਦਾ ਨਾ ਮਰਦਾ। ਉਹ ਅਕਾਲ ਹੈ, ਕਾਲ ਦੇ ਵਸ ਵਿੱਚ ਨਹੀਂ, ਕਾਲ ਉਹਦੇ ਵਸ ਵਿੱਚ ਹੈ। ਇਸ ਕਰਕੇ ਐਸਾ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ, ਨਾ ਉਹ ਜੰਮਦਾ ਨਾ ਮਰਦਾ, ਉਹ ਸਦਾ ਹੀ ਸੱਚਾ ਹੈ, ਸਦਾ ਸਥਿਰ ਰਹਿਣ ਵਾਲਾ ਹੈ। ਭੂਲੀ ਫਿਰੈ ਧਨ ਇਆਣੀਆਂ, ਰੰਡ ਬੈਠੀ ਦੂਜੈ ਭਾਏ। ਤੇ ਇਹ ਭੂਲੀ ਫਿਰੈ ਧਨ ਇਆਣੀਆਂ, ਇਆਣ ਇਸਤਰੀ, ਬੱਚੇ ਨੂੰ ਨਿਆਣਾ ਕਹਿੰਦੇ ਆਪਾਂ, ਵੀ ਨਿਆਣਾ, ਇਹਨੂੰ ਕਿਸੇ ਗੱਲ ਦਾ ਪਤਾ ਨਹੀਂ, ਸੋਝੀ ਨਹੀਂ। ਤੇ ਇਸੇ ਤਰ੍ਹਾਂ ਉਹ ਜੀਵ ਦੀ ਹਾਲਤ ਹੈ ਜਿਹਨੂੰ ਵਾਹਿਗੁਰੂ ਪਰਮੇਸ਼ਰ ਵਿਸਰਿਆ ਹੈ, ਜਿਹੜਾ ਗੁਰੂ ਸ਼ਬਦ ਨਾਲ ਜੁੜਦਾ ਹੀ ਨਹੀਂ, ਗੁਰੂ ਦਾ ਉਪਦੇਸ਼ ਹੀ ਨਹੀਂ ਸੁਣਦਾ। ਉਹਦੇ ਬਾਬਤ ਸਭ ਜੀ ਕਹਿੰਦੇ ਕਿ ਹੇ ਅਣਜਾਣ ਇਸਤਰੀ ਹੈ, ਸੋ ਭੁੱਲੀ ਫਿਰੈ ਧਨ ਇਆਣੀਆਂ। ਧਨ ਕਹਿੰਦੇ ਨੇ ਇਸਤਰੀ ਨੂੰ। ਅਣਜਾਣ ਇਸਤਰੀ ਵਾਹਿਗੁਰੂ ਪਰਮੇਸ਼ਰ ਨੂੰ ਭੁੱਲੀ ਫਿਰਦੀ ਹੈ। ਰੰਡ ਬੈਠੀ ਦੂਜੈ ਭਾਏ। ਰੰਡ ਸ਼ਬਦ ਜਿਹੜਾ ਹੈ ਉਹ ਵਿਧਵਾ ਲਈ ਵਰਤਿਆ ਜਾਂਦਾ ਹੈ। ਜਿਸ ਔਰਤ ਦਾ ਪਤੀ ਅਕਾਲ ਚਲਾਣਾ ਕਰ ਜਾਵੇ, ਆਪਾਂ ਕਹਿੰਦੇ ਆ ਵਿਧਵਾ ਹੋ ਗਈ ਹੈ, ਇਹ ਰੰਡੀ ਹੋ ਗਈ ਹੈ। ਕਹਿੰਦੇ ਦੂਜੇ ਭਾਅ ਵਿੱਚ ਲੱਗੀ ਹੋਈ, ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਕੇ ਅਣਜਾਣ ਜੀਵ ਇਸਤਰੀ ਜਿਹੜੀ ਹੈ, ਉਹ ਦ્વੈਸ਼ ਭਾਵਨਾ ਵਿੱਚ ਲੱਗੀ ਹੋਣ ਕਰਕੇ ਰੰਡੀ ਹੋਈ ਬੈਠੀ ਹੈ, ਵਿਧਵਾ ਹੋਈ ਬੈਠੀ ਹੈ। ਰੰਡ ਬੈਠੀ ਦੂਜੈ ਭਾਏ, ਮਾਇਆ ਮੋਹ ਦੁਖ ਪਾਏ। ਆਵੋ ਘਟੈ ਤਨ ਸਿਜੈ। ਤੇ ਦ્વੈਸ਼ ਭਾਵਨਾ ਕਰਕੇ ਦੂਜੇ ਭਾਵ ਵਿੱਚ, ਕਿਉਂਕਿ ਪ੍ਰਭੂ ਵਿਸਰਿਆ ਤੇ ਮਾਇਆ ਦੇ ਪਦਾਰਥ ਚੰਗੇ ਲੱਗਦੇ ਨੇ, ਮਾਇਆ ਦੇ ਮੋਹ ਵਿੱਚ ਪਈ ਹੋਈ ਹੈ, ਇਹ ਦ્વੈਸ਼ ਭਾਵਨਾ। ਤੇ ਹੁਣ ਦ્વੈਸ਼ ਭਾਵਨਾ ਵਿੱਚ ਹੋਣ ਕਰਕੇ, ਦੂਜੇ ਭਾਵ ਵਿੱਚ ਲੱਗੇ ਹੋਣ ਕਰਕੇ ਜੀਵ ਇਸਤਰੀ ਵਿਧਵਾ ਹੋਈ ਬੈਠੀ ਹੈ, ਰੰਡੀ ਹੋਈ ਬੈਠੀ ਹੈ। ਮਾਇਆ ਮੋਹ ਦੁੱਖ ਪਾਏ, ਤੇ ਮਾਇਆ ਦੇ ਮੋਹ ਦੇ ਕਾਰਨ ਫਿਰ ਦੁੱਖ ਪਾਉਂਦੀ ਹੈ। ਮਾਇਆ ਦੇ ਮੋਹ ਦੇ ਕਾਰਨ ਦੁੱਖ ਪਾਉਂਦੀ ਹੈ। ਆਵ ਘਟੈ, ਉਮਰ ਘਟਦੀ ਜਾ ਰਹੀ ਹੈ, ਦਿਨੋਂ ਦਿਨ ਘਟਦੀ ਜਾ ਰਹੀ ਹੈ। ਜੋ ਦਿਨ ਆਵਹਿ ਸੋ ਦਿਨ ਜਾਹੀ। ਅੱਜ ਦਾ ਦਿਨ ਆਇਆ, ਸਾਡੀ ਜ਼ਿੰਦਗੀ ਵਿੱਚੋਂ ਘਟ ਜਾਣਾ। ਕਬੀਰ ਸਾਹਿਬ ਆਪਣੀ ਬਾਣੀ ਵਿੱਚ ਕਹਿੰਦੇ ਨੇ, ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਕ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਭੋਲੀ ਮਾਂ, ਬੱਚਾ ਜਵਾਨ ਹੋਵੇ ਤੇ ਵੇਖ ਕੇ ਬੜੀ ਖੁਸ਼ ਹੁੰਦੀ ਹੈ, ਮੇਰਾ ਪੁੱਤਰ ਜਵਾਨ ਹੋ ਰਿਹਾ ਹੈ। ਪਰ ਕਹਿੰਦੇ ਭੋਲੀ ਮਾਂ ਇਹ ਨਹੀਂ ਜਾਣਦੀ ਕਿ ਇੱਕ ਇੱਕ ਦਿਨ ਦੀ ਉਮਰ ਵਿੱਚ ਉਹ ਘਟਦਾ ਜਾ ਰਿਹਾ, ਇੱਕ ਇੱਕ ਦਿਨ, ਇੱਕ ਇੱਕ ਸਕਿੰਟ ਘਟਦਾ ਜਾ ਰਿਹਾ। ਸੋ ਪਾਤਸ਼ਾਹ ਜੀ ਕਹਿੰਦੇ ਆਪ ਘਟੈ, ਜਿਹੜੀ ਉਮਰ ਹੈ ਉਹ ਬੀਤਦੀ ਜਾ ਰਹੀ ਹੈ। ਤਨ ਛੀਜੈ, ਤਨ ਜਿਹੜਾ ਕਮਜ਼ੋਰ ਹੁੰਦਾ ਜਾ ਰਿਹਾ। ਨੈਨੋ ਨੀਰ ਬਹੇ ਤਨ ਖੀਨਾ ਭਏ, ਕੇਸ ਦੁੱਧਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਜਵਾਨੀ ਦਾ ਸਮਾਂ, ਜੇ ਕਹੀਏ ਕਿ ਬਾਣੀ ਪੜ੍ਹ ਲੈ, ਸਿਮਰਨ ਕਰ ਲੈ, ਬਹੁਤ ਸਮਾਂ ਪਿਆ, ਪੜ੍ਹ ਲਾਂਗੇ ਬਾਣੀ, ਕਰ ਲਵਾਂਗੇ ਸਿਮਰਨ ਦਾ ਬਲ ਸੀ, ਤਾਕਤ ਸੀ ਅੰਦਰ, ਬੈਠ ਸਕਦੇ ਸੀ ਚੌਂਕੜਾ ਮਾਰ ਕੇ ਲੰਬਾ ਸਮਾਂ। ਉਦੋਂ ਤਾਂ ਬੈਠੇ ਨਹੀਂ, ਤੇ ਜਦੋਂ ਲੱਤਾਂ ਕੰਬਣ ਲੱਗ ਪਈਆਂ, ਨੈਣਾਂ ਵਿੱਚੋਂ ਨੀਰ ਵਹਿਣ ਲੱਗ ਪਿਆ, ਸਰੀਰ ਹੁਣ ਕੰਬਦਾ, ਹੁਣ ਬੈਠਾ ਨਹੀਂ ਜਾਂਦਾ, ਜ਼ੁਬਾਨ ਥੜਕਦੀ ਹੈ, ਹੁਣ ਬੋਲਿਆ ਨਹੀਂ ਜਾਂਦਾ।
ਅਬ ਕਿਆ ਕਰੈ ਪ੍ਰਾਨੀ, ਹੁਣ ਕੀ ਹੋਏਗਾ। ਤਨ ਛੀਜੈ, ਕਹਿੰਦੇ ਤਨ ਜਿਹੜਾ ਹੈ ਸਰੀਰ ਉਹ ਦਿਨੋ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ। ਜੋ ਕਿਛ ਆਇਆ ਸਭ ਕਿਹ ਜਾਸੀ, ਦੁਖ ਲਾਗਾ ਭਾਏ ਦੂਜੈ। ਜੋ ਕਿਛ ਆਇਆ ਸਭ ਕਿਛ ਜਾਸੀ, ਇਹ ਜੋ ਸੰਸਾਰ ਨੂੰ ਵੇਖ ਰਹੇ ਹਾਂ ਆਪਾਂ ਸਾਰਾ, ਇਹ ਸਾਰਾ ਨਾਸ਼ ਹੋ ਜਾਣਾ ਹੈ, ਨਾਸ਼ਵੰਤ ਹੈ। ਪਸ਼ੂ ਪੰਛੀ ਨੇ ਉਹ ਬਿਨਸਨਹਾਰ ਨੇ, ਬਿਨਸ ਜਾਣ ਵਾਲੇ ਨੇ। ਵਨਸਪਤੀ ਹੈ, ਇਹਨੇ ਵੀ ਇੱਕ ਦਿਨ ਖਤਮ ਹੋਣਾ ਹੈ। ਪਹਾੜ ਪਰਬਤ ਵੇਖਦੇ ਆ, ਉਹ ਵੀ ਖਤਮ ਹੋ ਜਾਣ ਵਾਲੇ ਨੇ। ਮਨੁੱਖ ਸਾਰੇ, ਉਹ ਵੀ ਸਾਰੇ ਸੰਸਾਰ ਤੋਂ ਆਪਣੀ ਵਾਰੀ ਅਨੁਸਾਰ ਕੂਚ ਕਰ ਰਹੇ ਨੇ, ਕਰੀ ਜਾਂਦੇ ਨੇ। ਇਸ ਕਰਕੇ ਜੋ ਕੁਛ ਆਇਆ, ਜਿਹੜਾ ਕੁਝ ਇਹ ਸੰਸਾਰ ਵਿੱਚ ਸ੍ਰਿਸ਼ਟੀ ਵਿੱਚ ਪੈਦਾ ਹੋਇਆ, ਸਭ ਕੁਛ ਜਾਸੀ, ਉਹ ਸਭ ਕੁਛ ਬਿਨਸ ਜਾਣ ਵਾਲਾ ਹੈ, ਨਾਸ਼ ਹੋਣ ਵਾਲਾ ਹੈ। ਦੁੱਖ ਲਾਗਾ ਭਾਏ ਦੂਜੈ, ਤੇ ਦਵੈਸ਼ ਭਾਵਨਾ ਵਿੱਚ ਲੱਗੇ ਹੋਏ ਨੂੰ ਫਿਰ ਦੁੱਖ ਪਹੁੰਚਦਾ, ਜੀਵ ਦੁਖੀ ਹੁੰਦਾ ਹੈ। ਪਿਆਰ ਸਾਡਾ, ਪ੍ਰੀਤੀ ਜਿਹੜੀ ਹੈ ਉਹ ਸੰਸਾਰ ਨਾਲ ਬਣੀ ਹੋਈ ਹੈ ਨਾ, ਨਿਰੰਕਾਰ ਨਾਲੋਂ ਟੁੱਟ ਕੇ ਸੰਸਾਰ ਨਾਲ ਬਣੀ ਹੈ। ਸੰਸਾਰ ਨੂੰ ਸੱਚ ਮੰਨੀ ਬੈਠੇ ਆ। ਪਦਾਰਥਾਂ ਨਾਲ ਮੋਹ ਹੈ, ਧੀਆਂ ਪੁੱਤਰਾਂ ਨਾਲ ਮੋਹ ਹੈ। ਇਹ ਨਹੀਂ ਕਿ ਮੋਹ ਨਹੀਂ ਕਰਨਾ, ਮੋਹ ਤੋਂ ਬਿਨਾਂ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਹੋ ਸਕਦਾ। ਇਹ ਨਹੀਂ ਕਿ ਮੋਹ ਵਿੱਚ ਡੋਬੀ ਜਾਣਾ, ਉਨਾ ਕੁ ਰੱਖਣਾ ਹੈ ਲੋੜ ਅਨੁਸਾਰ, ਤਾਂ ਕਿ ਉਹਨਾਂ ਦੀ ਪਰਵਰਿਸ਼ ਕਰਨੀ ਹੈ ਜਿਹੜੀ ਉਹ ਹੋ ਸਕੇ। ਹੁਣ ਦਵੈਸ਼ ਭਾਵਨਾ ਵਿੱਚ ਲੱਗਾ ਹੋਇਆ ਜੀਵ ਹੈ, ਤੇ ਇਸ ਗੱਲ ਦੇ ਵਿਚਾਰ ਨਹੀਂ ਕਰਦਾ ਜੋ ਕੁਛ ਆਇਆ ਸਭ ਕੁਛ ਜਾਸੀ। ਇਸ ਤੇਰੇ ਸਾਰੇ ਜੀਵ ਜਿੰਨੇ ਨੇ ਬਿਨਸ ਜਾਣ ਵਾਲੇ ਨੇ, ਜਿਨ੍ਹਾਂ ਨਾਲ ਮੋਹ ਪਾਈ ਬੈਠਾ ਹੈ। ਇਹ ਪਦਾਰਥ ਇਹਦੇ ਨਾਲ ਤਾਂ ਨਹੀਂ ਨਿਭਣੇ, ਤਾਨੇ ਦੇ ਨਾਲ ਨਹੀਂ ਨਿਭਣਾ, ਧੀਆਂ ਪੁੱਤਰ ਇਹਦੇ ਨਾਲ ਨਹੀਂ ਨਿਭਣੇ, ਇੱਥੇ ਰਹਿ ਜਾਣਾ ਹੈ। ਉਹ ਵੀ ਸਾਰਾ ਕੁਛ ਬਿਨਸ ਜਾਣ ਵਾਲਾ ਹੈ। ਇਸ ਕਰਕੇ ਦੂਜੇ ਭਾਵ ਵਿੱਚ ਲੱਗਾ ਹੋਇਆ ਜੀਵ ਫਿਰ ਦੁਖੀ ਹੁੰਦਾ, ਦੁੱਖ ਪਹੁੰਚਦਾ ਹੈ। ਜਮ ਕਾਲ ਨਾ ਸੂਝੈ ਮਾਇਆ ਜਗ ਲੂਝੈ, ਲੱਭ ਲੋਭ ਚਿਤ ਲਾਏ। ਲੱਭ ਲੋਭ ਚਿਤ ਲਾਏ। ਲੱਭ ਖਾਣ ਦਾ, ਆਹ ਖਾ ਲਾਂ, ਉਹ ਖਾ ਲਾਂ, ਬੜੇ ਚਸਕੇ ਲੱਗੇ ਹੋਏ ਨੇ। ਆ ਕਰੋਨਾ ਦੇ ਕਾਰਨ ਸਾਰਾ ਕੁਝ ਬੰਦ ਹੋ ਗਿਆ। ਜਿਹੜਾ ਮਨੁੱਖ ਚਸਕੇ ਲਾਉਂਦਾ ਸੀ ਨਾ ਬੜੇ ਤਰ੍ਹਾਂ ਦੇ, ਕੋਵਿਡ-19 ਦੇ ਚੱਲਦੇ ਆ ਜਦੋਂ ਸਾਰਾ ਕੁਝ ਬੰਦ ਹੋਇਆ, ਤੇ ਕਈ ਬੜੇ ਤੜਫੇ ਜਿਹੜੇ ਸਾਰਾ ਦਿਨ ਖਾਂਦੇ ਹੀ ਬਾਹਰੋਂ ਸਨ। ਇੱਥੋਂ ਆਹ ਖਾ ਲਿਆ, ਉਥੋਂ ਉਹ ਖਾ ਲਿਆ, ਸਾਰਾ ਦਿਨ ਜ਼ੁਬਾਨ ਚੱਲਦੀ ਰਹਿੰਦੀ ਸੀ, ਖਾਣ ਦੇ ਰਸਾਂ ਵਿੱਚ ਲੱਗੀ ਰਹਿੰਦੀ ਸੀ। ਬੜੇ ਔਖੇ ਹੋ ਗਏ ਵੀ ਆਹ ਤਾਂ ਕੰਮ ਬੜਾ ਔਖਾ ਹੋਇਆ। ਕੀ ਕੀਤਾ, ਨੈਟ ਆਨ ਕੀਤਾ ਤੇ ਉੱਥੇ ਜਾ ਕੇ ਫਿਰ ਘਰ ਵਿੱਚ ਬਣਾਉਣਾ ਸ਼ੁਰੂ ਕਰਤਾ। ਆਪ ਹਲਵਾਈ ਬਣ ਕੇ ਬਹਿ ਗਏ। ਇਹ ਨਹੀਂ ਕਿ ਸਮਾਂ ਮਿਲਿਆ ਬਾਣੀ ਪੜ੍ਹ ਲਈਏ, ਸਮਾਂ ਮਿਲਿਆ ਸਿਮਰਨ ਕਰ ਲਈਏ ਵਾਹਿਗੁਰੂ ਪਰਮੇਸ਼ਰ ਦਾ, ਉਹਨੇ ਸਮਾਂ ਦਿੱਤਾ, ਘਰ ਵਿੱਚ ਬੈਠੇ। ਫਿਰ ਵੀ ਜਿਹੜੀ ਇਹ ਜ਼ੁਬਾਨ ਸੀ, ਰਸਨਾ ਸੀ, ਇਹ ਖਾਣ ਦੇ ਚਸਕਿਆਂ ਵਿੱਚ ਲੱਗੀ ਰਹੀ, ਇਹਨੂੰ ਲੱਭ ਲੱਗਾ ਰਿਹਾ। ਲੋਭ, ਪਦਾਰਥਾਂ ਦੇ ਇਕੱਠੇ ਕਰਨ ਦਾ ਲੋਭ। ਲੋਭ ਜਿਹੜਾ ਕਹਿੰਦੇ ਲੋਭ ਪਾਪ ਦਾ ਕਾਰਨ ਹੈ। ਲੋਭ ਜਿਹੜਾ ਨਾ ਮਨੁੱਖ ਤੋਂ ਪਾਪ ਕਰਵਾਉਂਦਾ ਹੈ, ਪਾਪ ਕਰਵਾਉਣ ਦਾ ਕਾਰਨ ਲੋਭ ਬਣਦਾ ਹੈ। ਲੋਭੀ ਮਨੁੱਖ ਹੀ ਜਿਹੜਾ ਭਰਾ ਦਾ ਕਤਲ ਕਰ ਦਿੰਦਾ ਹੈ। ਲੋਭ ਆ ਗਿਆ ਕਿ ਇਹਨੂੰ ਮਾਰਦਿਆਂ ਇਹਦੇ ਹਿੱਸੇ ਦੀ ਜ਼ਮੀਨ ਵੀ ਮੇਰੇ ਕੋਲ ਆ ਜਾਵੇ, ਇਹਦੇ ਹਿੱਸੇ ਦਾ ਧਨ ਵੀ ਮੇਰੇ ਕੋਲ ਆ ਜਾਏ। ਲੋਭ ਨੇ ਕਰਵਾਇਆ ਨਾ ਪਾਪ। ਚਾਰ ਚੋਰ ਚੋਰੀ ਕਰਨ ਵਾਸਤੇ ਚਲੇ ਗਏ, ਬੜੇ ਅਮੀਰ ਘਰ ਦੇ ਵਿੱਚੋਂ ਧਨ ਚੁਰਾਇਆ। ਧਨ ਬੜਾ ਜਿਹੜਾ ਸੀ ਵੱਡੀ ਗਿਣਤੀ 'ਚ ਹੱਥ ਲੱਗ ਗਿਆ, ਬਹੁਤ ਬੇਸ਼ੁਮਾਰ ਧਨ ਮਿਲਿਆ। ਚੋਰੀ ਕਰਕੇ ਜੰਗਲ ਵਾਲੇ ਪਾਸੇ ਨੂੰ ਚਲੇ ਗਏ ਕਿ ਉੱਥੇ ਜਾ ਕੇ ਵੰਡੀਆਂ ਪਾਉਂਦੇ ਆ, ਇਹਨੂੰ ਵੰਡਦੇ ਆ। ਜਦੋਂ ਗਏ ਤੇ ਸੋਚਣ ਲੱਗੇ, ਕਹਿੰਦੇ ਭੁੱਖ ਬਹੁਤ ਲੱਗੀ ਹੈ, ਕਿਉਂ ਨਾ ਪਹਿਲਾਂ ਲਿਆ ਕੇ ਭੋਜਨ ਛਕ ਲਈਏ, ਫਿਰ ਧਨ ਵੰਡ ਲਵਾਂਗੇ। ਇਹ ਸਲਾਹ ਕਰਕੇ ਦੋ ਜਣੇ ਧਨ ਦੀ ਰਾਖੀ ਬਹਿ ਗਏ ਤੇ ਦੋ ਜਣੇ ਸ਼ਹਿਰ ਕੁਛ ਖਾਣ ਪੀਣ ਵਾਸਤੇ ਲੈਣ ਚਲੇ ਗਏ। ਹੁਣ ਇੱਧਰ ਜਿਹੜੇ ਧਨ ਦੀ ਰਾਖੀ ਬੈਠੇ ਸਨ, ਇਹਨਾਂ ਦੇ ਮਨ ਵਿੱਚ ਵੀ ਲੋਭ ਆ ਗਿਆ, ਤੇ ਜਿਹੜੇ ਭੋਜਨ ਲੈਣ ਗਏ ਸੀ ਉਹਨਾਂ ਦੇ ਮਨ ਵਿੱਚ ਵੀ ਲੋਭ ਆ ਗਿਆ।
ਹੁਣ ਜਿਹੜੇ ਭੋਜਨ ਲੈਣ ਗਏ ਸਨ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਭੋਜਨ ਦੇ ਵਿੱਚ ਜ਼ਹਿਰ ਮਿਲਾ ਦਈਏ, ਇਹ ਦੋਵੇਂ ਮਰ ਜਾਣਗੇ ਤੇ ਆਪਾਂ ਦੋਵੇਂ ਧਨ ਵੰਡ ਲਵਾਂਗੇ, ਆਪਣੇ ਕੋਲ ਜ਼ਿਆਦਾ ਧਨ ਆ ਜਾਵੇਗਾ। ਲੋਭ ਆ ਗਿਆ ਨਾ। ਤੇ ਉਧਰ ਜਿਹੜੇ ਧਨ ਦੀ ਰਾਖੀ ਬੈਠੇ ਸਨ, ਹੁਣ ਉਹ ਵੀ ਆਪਸ 'ਚ ਵਿਚਾਰ ਕਰਨ ਲੱਗੇ, ਸਲਾਹ ਕਰਨ ਲੱਗੇ। ਕਹਿੰਦੇ ਕਿ ਕਿਉਂ ਨਾ ਜਿਹੜੇ ਭੋਜਨ ਲੈਣ ਗਏ ਨੇ ਉਹਨਾਂ ਨੂੰ ਆਪਾਂ ਆਉਂਦਿਆਂ ਹੀ ਖਤਮ ਕਰ ਦਈਏ, ਉਹਨਾਂ ਨੂੰ ਮਾਰ ਕੇ ਜਿਹੜਾ ਧਨ ਹੈ ਆਪਾਂ ਦੋਵੇਂ ਵੰਡ ਲਵਾਂਗੇ। ਇਹ ਚਾਰਾਂ ਵਿੱਚ ਤਾਂ ਫਿਰ ਹਿੱਸਾ ਜਿਹੜਾ ਘਟ ਜਾਏਗਾ ਘੱਟ ਆਏਗਾ, ਤੇ ਦੋਵਾਂ ਵਿੱਚ ਧਨ ਹੋਰ ਵੱਧ ਆ ਜਾਏਗਾ, ਉਹਨਾਂ ਦਾ ਹਿੱਸਾ ਵੀ ਆਪਣੇ ਕੋਲ ਆ ਜਾਏਗਾ। ਲੋਭ ਆ ਗਿਆ। ਹੁਣ ਉਧਰੋਂ ਉਹਨਾਂ ਨੇ ਭੋਜਨ ਵਿੱਚ ਜ਼ਹਿਰ ਮਿਲਾ ਲਿਆ ਤੇ ਇਧਰੋਂ ਇਹਨਾਂ ਨੇ ਉਹਨਾਂ ਨੂੰ ਮਾਰਨ ਦੀ ਤਿਆਰੀ ਬਣਾ ਲਈ। ਜਦੋਂ ਭੋਜਨ ਲੈ ਕੇ ਆਏ ਤੇ ਸਲਾਹ ਕੀਤੀ ਹੋਈ ਸੀ ਕਿ ਭੋਜਨ ਬਾਅਦ 'ਚ ਹੀ ਛਕਾਂਗੇ, ਪਹਿਲਾਂ ਉਹਨਾਂ ਦਾ ਕੰਮ ਤਮਾਮ ਕਰ ਦਿਆਂਗੇ। ਜਦੋਂ ਆਏ ਤੇ ਆਉਂਦੇ ਹੀ ਉਹਨਾਂ ਨੂੰ ਖਤਮ ਕਰ ਦਿੱਤਾ ਦੋਵਾਂ ਨੂੰ, ਤੇ ਕਹਿੰਦੇ ਹੁਣ ਭੋਜਨ ਛਕੀਏ, ਫਿਰ ਧਨ ਵੰਡਦੇ ਆ। ਤੇ ਬਹਿ ਕੇ ਭੋਜਨ ਛਕਣ ਵਾਸਤੇ ਤੇ ਭੋਜਨ ਛਕਦਿਆਂ ਵਿੱਚ ਮਿਲੀ ਸੀ ਜ਼ਹਿਰ, ਉਹ ਵੀ ਦੋਵੇਂ ਖਤਮ ਹੋ ਗਏ। ਨਾ ਧਨ ਉਹਨਾਂ ਦਾ ਰਿਹਾ ਨਾ ਉਹਨਾਂ ਦਾ ਰਿਹਾ। ਐਸਾ ਲੋਭ ਆਇਆ, ਉਹ ਲੋਭ ਨੇ ਜਿਹੜਾ ਸੀ ਪਾਪ ਕਰਵਾਇਆ। ਸਾਹਿਬ ਜੀ ਗੁਰਬਾਣੀ ਵਿੱਚ ਕਹਿੰਦੇ ਲੋਭੀ ਕਾ ਵੈਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ। ਕਹਿੰਦੇ ਭਾਵੇਂ ਸਮੁੰਦਰ 7 ਸਮੁੰਦਰਾਂ ਪਾਰ ਵੀ ਵਸਦਾ ਹੋਵੇ ਨਾ ਲੋਭੀ ਮਨੁੱਖ, ਕਹਿੰਦੇ ਉਹਦਾ ਵਸਾ ਨਾ ਕਰਿਓ। ਅੰਤ ਕਾਲ ਤਿੱਥੈ ਤੂੰ ਹੈ ਜਿੱਥੇ ਹੱਥ ਨਾ ਪਾਏ। ਫਿਰ ਜਿੱਥੇ ਕਿਸੇ ਦਾ ਹੱਥ ਨਹੀਂ ਪਹੁੰਚਦਾ ਉੱਥੇ ਧੁੰਦਾ, ਉੱਥੇ ਖਿੱਚਦਾ। ਲੋਭੀ ਬੰਦੇ ਦੀ ਬਿਰਤੀ ਹਲਕੇ ਕੁੱਤੇ ਵਰਗੀ ਦੱਸੀ ਹੈ ਗੁਰਬਾਣੀ ਵਿੱਚ। ਜੋ ਕੂਕਰ ਹਰਕਾਇਆ, ਕਹਿੰਦੇ ਜਿਵੇਂ ਹਲਕਾ ਕੁੱਤਾ ਨਾ, ਭੱਖ ਅਭੱਖ ਸਭ ਖਾਏ। ਫਿਰ ਉਹ ਕੁਝ ਨਹੀਂ ਵਿਚਾਰਦਾ ਕੀ ਗੰਦ ਹੈ, ਕੀ ਮੰਦ ਹੈ, ਕੀ ਚੰਗਾ, ਉਹ ਸਭ ਕੁਝ ਖਾ ਜਾਂਦਾ ਹਲਕਾ ਕੁੱਤਾ ਜਿਹੜਾ। ਇਸੇ ਤਰ੍ਹਾਂ ਲੋਭੀ ਮਨੁੱਖ ਹੈ, ਉਹਦੀ ਹਾਲਤ ਹੈ ਫਿਰ ਉਹ ਨਹੀਂ ਪਛਾਣਦਾ ਇਹ ਮੇਰਾ ਭਰਾ ਹੈ, ਇਹ ਮੇਰਾ ਦੋਸਤ ਹੈ, ਇਹ ਮੇਰਾ ਸੰਬੰਧੀ ਹੈ, ਨਹੀਂ ਵੇਖਦਾ, ਖਤਮ ਕਰ ਦਿੰਦਾ। ਲੋਭ ਜਿਹੜਾ ਫਿਰ ਪਾਪ ਕਰਵਾਉਂਦਾ। ਉਹਦੇ ਪਦਾਰਥਾਂ ਦੇ ਇਕੱਠੇ ਕਰਨ ਵਿੱਚ, ਮਾਇਆ ਨੂੰ ਇਕੱਠੇ ਕਰਨ ਦੇ ਵਿੱਚ ਲੋਭ ਲੱਗਾ ਰਿਹਾ, ਖਾਣ ਦਾ ਲੱਭ ਲੱਗਾ ਰਿਹਾ ਤੇ ਲੋਭ ਦੇ ਵਿੱਚ ਪਿਆ ਹੋਇਆ। ਲੱਭ ਲੋਭ ਚਿਤ ਲਾਏ, ਚਿਤ ਉੱਥੇ ਜੋੜਿਆ ਹੋਇਆ ਤੇ ਮਾਇਆ ਜਗ ਲੂਝੈ ਜਮਕਾਲ ਨਾ ਸੂਝੈ। ਜਮਕਾਲ ਸਿਰ ਤੇ ਖੜਾ, ਜਮ ਸਿਰ ਤੇ ਖੜਾ। ਇਹ ਨਹੀਂ ਵੇਖ ਰਿਹਾ ਕਿ ਜਮ ਮੇਰੇ ਸਿਰ ਤੇ ਖੜਾ ਹੈ, ਪਤਾ ਨਹੀਂ ਕਦੋਂ ਮੈਨੂੰ ਲੈ ਜਾਣਾ ਹੈ, ਮੌਤ ਮੇਰੀ ਕਦੋਂ ਹੋ ਜਾਣੀ ਹੈ। ਤੇ ਖਾਣ ਦੇ ਚਸਕਿਆਂ ਵਿੱਚ ਲੱਗਾ ਹੋਇਆ ਤੇ ਪਦਾਰਥਾਂ ਨੂੰ ਇਕੱਠੇ ਕਰਨ ਵਿੱਚ ਲੱਗਾ ਹੋਇਆ। ਇਸ ਕਰਕੇ ਮਾਇਆ ਦੇ ਮੋਹ ਦੇ ਵਿੱਚ ਪਾਏ ਹੋਏ ਨੂੰ ਜਿਹੜਾ ਜਮਕਾਲ ਹੈ ਉਹ ਸਿਰ ਤੇ ਖੜਾ, ਜਮ ਦਿਸਦਾ ਨਹੀਂ, ਨਜ਼ਰ ਨਹੀਂ ਆਉਂਦਾ। ਸੋ ਪਿਰ ਸਾਚਾ ਸਦ ਹੀ ਸਾਚਾ, ਨਾਹੁ ਮਰੈ ਨਾ ਜਾਏ। ਉਹ ਵਾਹਿਗੁਰੂ ਪਰਮੇਸ਼ਰ ਪਿਰ ਮਾਲਕ ਜਿਹੜਾ ਸਾਡਾ ਕੰਤ ਹੈ, ਸੁਆਮੀ ਹੈ, ਉਹ ਸਦਾ ਹੀ ਸੱਚਾ ਹੈ। ਨਾ ਉਹ ਮਰੈ ਨਾ ਜਾਏ, ਨਾ ਉਹ ਮਰਦਾ ਤੇ ਨਾ ਕਿਤੇ ਵਿਛੜ ਕੇ ਛੱਡ ਕੇ ਕਿਤੇ ਜਾਂਦਾ ਹੈ। ਇਕ ਰੂਪ ਹੈ ਪਿਰਹਿ ਵਿਛੁੰਨੀਆਂ, ਅੰਧੀ ਨਾ ਜਾਣੈ ਪਿਰ ਨਾਲੇ। ਇੱਕ ਰੂਪ ਹੈ ਪਿਰਹਿ ਵਿਛੁੰਨੀਆਂ, ਪਿਰ ਪਤੀ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ ਜਿਹੜੀਆਂ ਜੀਵ ਇਸਤਰੀਆਂ ਨੇ, ਉਹ ਅਗਿਆਨਤਾ ਦੇ ਕਰਕੇ ਅੰਨੀਆਂ ਨੇ। ਅੰਧੀ ਨਾ ਜਾਣੈ, ਅੰਨਾ ਮਨੁੱਖ ਨੂੰ ਉਹਦੇ ਸਾਹਮਣੇ ਕੁਝ ਪਿਆ ਹੋਵੇ ਉਹਨੂੰ ਨਹੀਂ ਪਤਾ, ਨਹੀਂ ਸਾਰ ਹੈਗੀ ਉਹਨੂੰ, ਜਿੰਨੀ ਦੇਰ ਦੱਸਾਂਗੇ ਨਹੀਂ ਉਹਨੂੰ ਪਤਾ ਨਹੀਂ ਲੱਗਦਾ। ਕਹਿੰਦੇ ਇਸੇ ਤਰ੍ਹਾਂ ਉਹ ਜੀਵ ਇਸਤਰੀਆਂ ਨੇ ਜਿਹੜੀਆਂ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਤੋਂ ਵਿਛੜੀਆਂ ਹੋਈਆਂ ਨੇ, ਉਹ ਜਿਹੜੀਆਂ ਅਗਿਆਨਤਾ ਦੇ ਵਿੱਚ ਅੰਨੀਆਂ ਜੀਵ ਇਸਤਰੀਆਂ ਨੇ, ਉਹ ਆਪਣੇ ਪਿਰ ਨੂੰ ਨਹੀਂ ਜਾਣਦੀਆਂ ਕਿ ਮੇਰਾ ਮਾਲਕ ਤਾਂ ਮੇਰੇ ਨਾਲ ਹੈ। ਕਿਉਂਕਿ ਵਾਹਿਗੁਰੂ ਪਰਮੇਸ਼ਰ ਤਾਂ ਸਦਾ ਸਾਡੇ ਅੰਗ ਸੰਗ ਹੈ, ਸਦਾ ਸਾਡੇ ਨਾਲ ਹੈ, ਕਦੀ ਵੀ ਸਾਡੇ ਤੋਂ ਦੂਰ ਨਹੀਂ। ਉਹ ਤਾਂ ਜਰੇ ਜਰੇ ਕਣ ਕਣ ਵਿੱਚ ਸਮਾਇਆ ਹੋਇਆ, ਪਰ ਅੰਦਰ ਗਿਆਨਤਾ ਦਾ ਹਨੇਰਾ ਹੈ, ਗਿਆਨ ਨਹੀਂ। ਇਸ ਕਰਕੇ ਅੰਨੇ ਆ, ਕੁਛ ਨਹੀਂ ਨਜ਼ਰ ਆ ਰਿਹਾ। ਕਹਿੰਦੇ ਜਿਹੜੇ ਪਤੀ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ ਅਗਿਆਨਤਾ ਦੇ ਕਾਰਨ ਅੰਨੀਆਂ ਜੀਵ ਇਸਤਰੀਆਂ ਨੇ, ਉਹ ਆਪਣੇ ਪਿਰ ਮਾਲਕ ਨੂੰ ਨਹੀਂ ਜਾਣਦੀਆਂ, ਇਸ ਕਰਕੇ ਉਹ ਰੋਂਦੀਆਂ ਹਨ।
ਗੁਰ ਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸੰਭਾਲੇ। ਪਾਤਸ਼ਾਹ ਜੀ ਕਹਿੰਦੇ ਕਿਵੇਂ ਪ੍ਰਾਪਤੀ ਹੁੰਦੀ ਹੈ ਉਸ ਮਾਲਕ ਦੀ, ਪਤੀ ਦੀ, ਪਰਮੇਸ਼ਰ ਦੀ? ਗੁਰ ਪ੍ਰਸਾਦੇ ਸਾਚਾ ਪਿਰ ਮਿਲੈ। ਪ੍ਰਸਾਦੀ ਤੋਂ ਭਾਵ ਕਿਰਪਾ, ਗੁਰੂ ਦੀ ਕਿਰਪਾ ਦੇ ਨਾਲ ਉਹ ਪਿਰ ਮਿਲਦਾ ਹੈ, ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਅੰਤਰ ਸਦਾ ਸੰਭਾਲੇ, ਤੇ ਗੁਰੂ ਦੀ ਕਿਰਪਾ ਦੇ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਪਾ ਕੇ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖਣਾ ਕਰੀਏ। ਪਰੇ ਅੰਤਰ ਸੰਭਾਲੇ ਸਦਾ ਹੈ ਨਾਲੇ ਮਨ ਮੁਖ ਜਾਤਾ ਦੂਰੇ। ਤੇ ਫਿਰ ਜਿਹੜੇ ਗੁਰਮੁਖ ਹਨ, ਗੁਰਮੁਖ ਜੀਵ ਇਸਤਰੀਆਂ ਨੇ, ਉਹ ਗੁਰੂ ਦੀ ਕਿਰਪਾ ਦਾ ਸਦਕਾ ਉਸ ਵਾਹਿਗੁਰੂ ਪਰਮੇਸ਼ਰ ਪ੍ਰਤੀ ਨੂੰ ਪਾ ਕੇ ਪ੍ਰਾਪਤ ਕਰਕੇ ਫਿਰ ਹਿਰਦੇ ਵਿੱਚ ਸੰਭਾਲਦੀਆਂ ਨੇ। ਫਿਰ ਅੰਤਰ ਸੰਭਾਲੇ, ਫਿਰ ਸਦਾ ਉਹਦੇ ਸੰਭਾਲ ਰੱਖਦੀਆਂ ਨੇ ਹਿਰਦੇ ਵਿੱਚ। ਵਾਹਿਗੁਰੂ ਪਰਮੇਸ਼ਰ ਨੂੰ ਬਾਰੰਬਾਰ ਸਿਮਰਦੀਆਂ ਨੇ, ਯਾਦ ਕਰਦੀਆਂ ਨੇ, ਸੰਭਾਲ ਕਰਦੀਆਂ ਨੇ। ਸਦਾ ਹੈ ਨਾਲੇ, ਉਹ ਫਿਰ ਜਾਣਦੀਆਂ ਨੇ ਕਿ ਉਹ ਤਾਂ ਸਦਾ ਹੀ ਸਾਡੇ ਨਾਲ ਹੈ। ਫਿਰ ਉਹਨਾਂ ਕੋਲੋਂ ਕੋਈ ਬੁਰਾ ਕਰਮ ਨਹੀਂ ਹੁੰਦਾ, ਕੋਈ ਪਾਪ ਕਰਮ ਨਹੀਂ ਹੁੰਦਾ। ਮਨ ਵਿੱਚ ਖਿਆਲ ਵੀ ਆਵੇ ਤੇ ਉਸੇ ਵੇਲੇ ਯਾਦ ਆਉਂਦਾ, ਨਹੀਂ ਵਾਹਿਗੁਰੂ ਪਰਮੇਸ਼ਰ ਵੇਖ ਰਿਹਾ, ਉਹ ਨਾਲ ਹੈ। ਇਸ ਕਰਕੇ ਸਦਾ ਹੈ ਨਾਲੇ, ਉਹਨੂੰ ਸਦਾ ਆਪਣੇ ਨਾਲ ਅੰਗ ਸੰਗ ਸਮਝਦੇ ਨੇ ਗੁਰਮੁਖ ਜਿਹੜੀਆਂ ਜੀਵ ਇਸਤਰੀਆਂ ਨੇ। ਤੇ ਜਿਹੜੀਆਂ ਮਨਮੁਖ ਨੇ ਉਹਨਾਂ ਦੀ ਕੀ ਹਾਲਤ ਹੈ? ਮਨਮੁਖ ਜਾਤਾ ਦੂਰ, ਕਹਿੰਦੇ ਕਰ ਲੈ ਕੁਛ ਨਹੀਂ, ਕੋਈ ਨਹੀਂ ਵੇਖਦਾ। ਆਹ ਕਰਮ ਕਰ ਰਿਹਾ, ਵੇ ਕਰ ਲੈ, ਕਿਹੜਾ ਵੇਖ ਰਿਹਾ? ਕੋਈ ਕਿਸੇ ਦਾ ਧਨ ਚੁਰਾ ਰਹੇ ਆ, ਕਿਹੜਾ ਕੋਈ ਵੇਖ ਰਿਹਾ? ਕੋਈ ਐਸਾ ਕਰਮ, ਪਾਪ ਕਰਮ ਕਰ ਰਹੇ ਆ, ਕੋਈ ਨਹੀਂ ਵੇਖਦਾ। ਅੱਗੋਂ ਦੇਖਾ, ਪਿੱਛੋਂ ਦੇਖਾ, ਅੱਗਾ ਪਿੱਛਾ ਤਾਂ ਵੇਖ ਲਿਆ ਵੀ ਕੋਈ ਨਹੀਂ ਵੇਖਦਾ। ਪਰ ਤੁਝ ਤੇ ਕਹਾਂ ਛੁਪਾਵੈ, ਪ੍ਰਮਾਤਮਾ ਤੇਰੇ ਕੋਲੋਂ ਨਹੀਂ ਛੁਪਾਇਆ ਜਾਣਾ। ਇਸ ਕਰਕੇ ਮਨਮੁਖ ਜਾਤਾ ਦੂਰੇ, ਜਿਹੜੇ ਮਨਮੁਖ ਜੀਵ ਇਸਤਰੀਆਂ ਨੇ ਉਹਨੂੰ ਦੂਰ ਕਰਕੇ ਜਾਣਦੀਆਂ ਹਨ। ਇਹ ਤਨ ਰੁਲੇ ਰੁਲਾਇਆ ਕਾਮ ਨ ਆਇਆ ਜਿਨ ਖਸਮ ਨ ਜਾਤਾ ਹਦੂਰੇ। ਜਿਨ੍ਹਾਂ ਦਾ ਇਹ ਸਰੀਰ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਨ ਦੇ ਲਈ ਕੰਮ ਨਹੀਂ ਆਇਆ, ਕਾਮ ਨਾ ਆਇਆ। ਇਹ ਸਰੀਰ ਪ੍ਰਾਪਤ ਹੋਇਆ ਸੀ ਕਾਹਦੇ ਵਾਸਤੇ? ਸੇਵਾ ਤੇ ਸਿਮਰਨ ਵਾਸਤੇ। ਪਰ ਉਹਦੇ ਵਿੱਚ ਤਾਂ ਲਾਇਆ ਹੀ ਨਹੀਂ, ਨਾ ਸਿਮਰਨ ਵਿੱਚ ਜੁੜੇ, ਨਾ ਸੇਵਾ ਕੀਤੀ। ਜਿਨ੍ਹਾਂ ਦਾ ਸਰੀਰ ਉਹ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਦੇ ਲਈ ਕੰਮ ਨਹੀਂ ਆਇਆ, ਖਸਮ ਨਾ ਜਾਤਾ ਹਦੂਰੇ, ਇਹ ਤਨ ਰੁਲੇ ਰੁਲਾਇਆ। ਤੇ ਫਿਰ ਉਹਨਾਂ ਦਾ ਵਿਕਾਰਾਂ ਵਿੱਚ ਪਿਆ ਹੋਇਆ, ਪਦਾਰਥਾਂ ਵਿੱਚ, ਮੋਹ ਵਿੱਚ ਪਿਆ ਹੋਇਆ ਸਰੀਰ ਫਿਰ ਰੁਲਦਾ ਹੈ। ਰੁਲਦੇ ਨੇ, ਉਹ ਰੁਲਦੇ ਨੇ ਨਾ ਸੰਸਾਰ ਦੇ ਅੰਦਰ। ਵੇਖ ਰਹੇ ਆ ਕੀ ਹਾਲਤ ਨੇ ਜੀਵਾਂ ਦੀ, ਜਿਨ੍ਹਾਂ ਨੂੰ ਪਰਮੇਸ਼ਰ ਵਿਸਰਿਆ ਹੋਇਆ। ਕਈ ਮਨੁੱਖ ਸਾਨੂੰ ਬੜੇ ਸੁਖੀ ਨਜ਼ਰ ਆਉਂਦੇ ਨੇ ਕਿ ਫਲਾਣੇ ਮਨੁੱਖ ਕੋਲ ਬੜਾ ਧਨ ਹੈ, ਬੜੀ ਵੱਡੀ ਕੋਠੀ ਹੈ, ਬੜੀਆਂ ਕਾਰਾਂ ਖੜੀਆਂ, ਬੜਾ ਸੁਖੀ ਹੋਣਾ। ਪਰ ਕੋਲ ਬਹਿ ਕੇ ਵੇਖ ਲਿਓ, ਉਹਦੇ ਜਿੰਨਾ ਦੁਖੀ ਕੋਈ ਵੀ ਨਹੀਂ ਹੋਣਾ। ਹੋ ਸਕਦਾ ਕਿ ਗਰੀਬ ਜਿਹਦੇ ਕੋਲ ਧਨ ਨਹੀਂ, ਦੁਖੀ ਤਾਂ ਉਹ ਹੋਵੇ ਨਾ ਜਿਹਦੇ ਕੋਲ ਧਨ ਨਹੀਂ, ਘਰ ਵਿੱਚ ਗਰੀਬੀ ਹੈ, 2 ਵਕਤ ਦੀ ਰੋਟੀ ਬੜੀ ਔਖੀ ਨਸੀਬ ਹੁੰਦੀ ਹੈ, ਪਰ ਧਨਵਾਨ ਉਹਦੇ ਤੋਂ ਜ਼ਿਆਦਾ ਦੁਖੀ ਹੈ। ਇਸ ਕਰਕੇ ਉਹਨਾਂ ਦਾ ਤਨ ਫਿਰ ਰੁਲਦਾ ਹੈ, ਸਰੀਰ ਰੁਲਦਾ ਹੈ, ਵਿਕਾਰਾਂ ਵਿੱਚ ਪਿਆਂ ਦਾ ਰੁਲ ਰਹੇ ਨੇ। ਉਹ ਵਾਹਿਗੁਰੂ ਪਰਮੇਸ਼ਰ ਨੂੰ ਸੇਵਾ ਤੇ ਸਿਮਰਨ ਕਰਨ ਦੇ ਉਸ ਵਿੱਚ ਉਹ ਸਰੀਰ ਕੰਮ ਨਹੀਂ ਆਇਆ। ਜਿਨ ਖਸਮ ਨਾ ਜਾਤਾ ਹਦੂਰੇ, ਜਿਨ੍ਹਾਂ ਨੇ ਆਪਣੇ ਮਾਲਕ ਨੂੰ ਆਪਣੇ ਨਾਲ ਹੀ ਨਹੀਂ ਜਾਣਿਆ, ਜਿਨ੍ਹਾਂ ਨੂੰ ਨਾਲ ਹੁੰਦਾ ਵਾਹਿਗੁਰੂ ਪਰਮੇਸ਼ਰ ਹੀ ਨਹੀਂ ਨਜ਼ਰ ਆਇਆ। ਨਾਨਕ ਸਾਧਨ ਮਿਲੈ ਮਿਲਾਈ ਪਰੇ ਅੰਤਰ ਸਦਾ ਸੰਭਾਲੇ। ਕੌਣ ਮਿਲਦੀਆਂ ਨੇ? ਜਿਨ੍ਹਾਂ ਨੂੰ ਗੁਰੂ ਕਿਰਪਾ ਕਰਕੇ, ਜਿਹੜੀਆਂ ਜੀਵ ਇਸਤਰੀਆਂ ਨੂੰ ਗੁਰੂ ਆਪਣਾ ਸ਼ਬਦ ਦੇ ਕੇ, ਆਪਣਾ ਉਪਦੇਸ਼ ਦੇ ਕੇ, ਆਪਣੇ ਸ਼ਬਦ ਦੁਆਰਾ ਮਿਲਾ ਦਿੰਦਾ। ਨਾਨਕ ਸਾ ਧਨ, ਧਨ ਇਸਤਰੀ, ਉਹ ਇਸਤਰੀ ਮਿਲਾ ਮਿਲਾਈ, ਉਹ ਮਿਲਦੀ ਹੈ। ਮਿਲਾਈ ਹੋਈ ਕਿਹਦੀ ਮਿਲਾਈ ਹੋਈ? ਗੁਰੂ ਦੀ ਮਿਲਾਈ ਹੋਈ। ਫਿਰ ਅੰਤਰ ਸਦਾ ਸੰਭਾਲੇ, ਫਿਰ ਜਿਨ੍ਹਾਂ ਨੂੰ ਗੁਰੂ ਕਿਰਪਾ ਕਰਕੇ ਮਿਲਾ ਦਿੰਦਾ,
ਫਿਰ ਉਹਨਾਂ ਦਾ ਵਿਛੋੜਾ ਕਦੀ ਨਹੀਂ ਪੈਂਦਾ। ਫਿਰ ਉਹ ਆਪਣੇ ਪਿਰ ਨੂੰ, ਆਪਣੇ ਮਾਲਕ ਨੂੰ ਸਦਾ ਇਹ ਹਿਰਦੇ ਦੇ ਵਿੱਚ ਸੰਭਾਲ ਕੇ ਰੱਖਦੀਆਂ ਹਨ। ਜਿਹੜੀਆਂ ਸੁਹਾਗਵਤੀ ਇਸਤਰੀਆਂ ਨੇ ਨਾ, ਜਿਨ੍ਹਾਂ ਨੂੰ ਪਤੀ ਦੀ ਸਾਰ ਪਤਾ ਹੈ ਕਿ ਪਤੀ ਕੀ ਹੈ, ਭਾਵੇਂ ਪਤੀ ਪ੍ਰਦੇਸ਼ ਵਿੱਚ ਵੀ ਬੈਠਾ ਹੋਵੇ, ਉਹਦਾ ਨਿਰਮਲ ਭਾਉ ਫਿਰ ਵੀ ਹਿਰਦੇ ਵਿੱਚ ਬਣਾ ਕੇ ਰੱਖਦੀਆਂ ਨੇ। ਤੇ ਜਿਹੜਾ ਮਾਲਕ ਹੈ ਹੀ ਅੰਗ ਸੰਗ, ਤੇ ਜਦੋਂ ਗੁਰੂ ਕਿਰਪਾ ਕਰਕੇ ਉਸ ਦੇ ਨਾਲ ਮਿਲਾ ਦਿੰਦਾ ਹੈ, ਫਿਰ ਉਹਨੂੰ ਸਦਾ ਹਿਰਦੇ ਵਿੱਚ ਸੰਭਾਲ ਕੇ ਰੱਖਦੀਆਂ ਹਨ। ਇਕ ਰੂਵਹਿ ਪਿਰਹਿ ਵਿਸ਼ੁੰਨੀਆ, ਅੰਧੀ ਨਾ ਜਾਣੈ ਪਿਰਹਿ ਨਾਲੇ। ਇੱਕ ਰੋਵੈ ਪਿਰੇ ਵਿਸ਼ੁੰਨੀਆਂ, ਜਿਹੜੀਆਂ ਅੰਨੀਆਂ ਨੇ ਨਾ ਅਗਿਆਨਤਾ ਕਰਕੇ, ਜਿਨ੍ਹਾਂ ਦੇ ਹਿਰਦੇ ਵਿੱਚ ਗਿਆਨ ਹੀ ਨਹੀਂ, ਉਹ ਜੀਵ ਰੂਪੀ ਇਸਤਰੀਆਂ ਗਿਆਨਤਾ ਕਰਕੇ ਜਿਹੜੀਆਂ ਅੰਨੀਆਂ ਨੇ, ਉਹ ਨਹੀਂ ਜਾਣਦੀਆਂ ਕਿ ਸਾਡਾ ਪਿਰ, ਸਾਡਾ ਮਾਲਕ ਸਾਡੇ ਨਾਲ ਹੈ, ਉਹ ਸਾਡੇ ਨਾਲ ਹੈ। ਫਿਰ ਉਹ ਰੋਂਦੀਆਂ ਨੇ ਵਿਛੜੀਆਂ ਹੋਈਆਂ। ਐਸੀਆਂ ਜੀਵ ਇਸਤਰੀਆਂ ਜਿਹੜੀਆਂ ਮਨਮੁਖ ਜੀਵ ਇਸਤਰੀਆਂ ਨੇ, ਉਹ ਆਪਣੇ ਵਾਹਿਗੁਰੂ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ ਫਿਰ ਰੋਂਦੀਆਂ ਨੇ। ਉਹਨਾਂ ਦੇ ਪੱਲੇ ਵਿੱਚ ਰੋਣਾ ਹੀ ਰਹਿੰਦਾ ਹੈ, ਸਦਾ ਹੀ ਰੋਂਦੀਆਂ ਨੇ। ਸੋ ਅੱਜ ਦੇ ਇਸ ਪਾਵਨ ਉਪਦੇਸ਼ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹ ਜਗਿਆਸੂ ਰੂਪ ਜੀਵ ਇਸਤਰੀਆਂ ਜਿਹੜੀਆਂ ਪ੍ਰਭੂ ਪਤੀ ਦੇ ਮਿਲਾਪ ਵਿੱਚ ਨੇ, ਯਤਨਸ਼ੀਲ ਨੇ, ਉਹਨਾਂ ਦੇ ਤਾਈਂ ਉਪਦੇਸ਼ ਦਿੱਤਾ ਹੈ। ਤੇ ਜਿਹੜੀਆਂ ਔਗਣਵੰਤੀ ਇਸਤਰੀਆਂ ਨੇ, ਅਵਗੁਣ ਆਰੀਆਂ ਨੇ, ਉਹ ਵਿਛੜ ਕੇ ਕਿਵੇਂ ਰੋਂਦੀਆਂ ਨੇ, ਕਿਵੇਂ ਦੁੱਖ ਸਹਿਣ ਕਰਦੀਆਂ ਨੇ, ਉਹਨਾਂ ਦੇ ਬਾਬਤ ਪਾਵਨ ਉਪਦੇਸ਼ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਹੈ ਕਿ ਉਹ ਆਪਣੇ ਮਾਲਕ ਤੋਂ ਵਿਛੜ ਕੇ ਠੱਗੀਆਂ ਜਾਂਦੀਆਂ ਨੇ, ਆਪਣਾ ਜਨਮ ਜਿਹੜਾ ਹੈ ਉਹ ਵਿਅਰਥ ਗਵਾ ਲੈਂਦੀਆਂ ਨੇ, ਉਹਨਾਂ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ। ਸੋ ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਵਿਚਾਰਾਂ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਅਗਾਧ ਬੋਧ ਬਾਣੀ ਹੈ। ਐਸੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਨੀਆਂ। ਅਸੀਸ ਬਖਸ਼ਣੀ। ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ। ਗੁਰੂ ਅੱਗੇ ਅਰਦਾਸ ਕਰੀਏ, ਗੁਰੂ ਕੋਲੋਂ ਮੰਗ ਕਰੀਏ, ਗੁਰੂ ਸਾਹਿਬ ਕਿਰਪਾ ਕਰ ਦੇਣ ਕਿ ਉਹ ਵਾਹਿਗੁਰੂ ਪਰਮੇਸ਼ਰ ਸਾਨੂੰ ਕਦੀ ਨਾ ਵਿਸਰੇ, ਕਦੀ ਨਾ ਵਿਸਰੇ, ਉਹਦੀ ਯਾਦ ਸਦਾ ਹਿਰਦੇ ਵਿੱਚ ਬਣੀ ਰਹੇ। ਅਰਦਾਸ ਕਰਕੇ ਗੁਰੂ ਕੋਲੋਂ ਮੰਗੀਏ। ਵਿਸਰਨਾ ਹੈ ਦਾਤਾਰ ਆਪਣਾ ਨਾਮ ਦੇਹੋ, ਵਿਸਰਨਾ ਹੈ ਦਾਤਾਰ ਆਪਣਾ ਨਾਮ ਦੇਹੋ, ਵਿਸਰਨਾ ਹੀ 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 ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, 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 ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਤਨੀ ਹਾਸਨੀ ਪ੍ਰਵਾਨ ਕਰ ਲੈਣੀ। ਗੁਰੂ ਸਾਹਿਬ ਕਿਰਪਾ ਕਰਨ, ਇਹ ਹੋਈਆਂ ਵਿਚਾਰਾਂ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਣ, ਤਾਂ ਕਿ ਇਹ ਲੋਕ ਸੁਖੀਏ ਪਰਲੋਕ ਸਹੇਲੇ ਹੋ ਜਾਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।